सतनाम वाहेगुरु साहिब जीओ। श्लोक महला पहला। कूड़ राजा कूड़ परजा, कूड़ सब संसार। कूड़ मंडप कूड़ माड़ी, कूड़ बैसणहार। कूड़ सोयना कूड़ रूपा, कूड़ पैनणहार। कूड़ काया कूड़ कपड़, कूड़ रूप पार। कूड़ मियाँ कूड़ बीबी, खप होए खार। कूड़ कूड़ै नेहु लगा, बिसरिया दात बिसरिया करतार। किस नाल कीचै दोस्ती, सब जग चलन हार। कूड़ मिठा कूड़ माखियों, कूड़ डोबे पूर। नानक बखाणै बेनती, तुद बाज कूड़ो कूड़। नानक बखाणै बेनती, तुद बाज कूड़ो कूड़। परम सत्कारयोग गुरु रूप गुरु प्यारी साध संगत जीओ, फतेह प्रवान करो जी। वाहिगुरु जी का खालसा, वाहिगुरु जी की फतेह। गुरमुख प्यारिओ, वाहिगुरु की किरपा दे नाल आपां सिख धर्म दे मोढी धन धन श्री गुरु नानक देव सच्चे पातशाह जी दे मुबारक मुख विचों उचारण कीती हुई आसा दी वार दी लड़ी वार विचार कर रहे हाँ। 9 पौड़ियाँ ਅਤੇ ਪੌੜੀਆਂ ਦੇ ਨਾਲ ਜੋ ਸ਼ਲੋਕ ਲਾਏ ਆ ਪੰਜਵੇਂ ਪਾਤਸ਼ਾਹ ਜੀ ਨੇ, ਉਹ ਉਹਨਾਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਅੱਜ 10ਵੀਂ ਪੌੜੀ ਅਤੇ 10ਵੀਂ ਪੌੜੀ ਦੇ ਨਾਲ ਆਏ ਸ਼ਲੋਕਾਂ ਦੀ ਵਿਚਾਰ ਕਰਨ ਜਾ ਰਹੇ ਹਾਂ। ਆਓ ਮਨ ਬਿਰਤੀਆਂ ਕਾਗਰ ਕਰਕੇ ਸਰਵਣ ਕਰੀਏ ਜੀ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ गुरु नानक बाबा जी के मुबारक मुख विचों फरमान किया होया ये पवित्र श्लोक है जी। कूड़ राजा कूड़ परजा। कूड़ तो अर्थ है छल, भरम, फरेब, झूठ। परमात्मा का नाम है सच, ते बाकी दुनिया चलाएमान है। सारी दुनिया आउण जाण वाली है। सच्चा परमात्मा ते परमात्मा दा नाम ये हमेशा वास्ते है। दुनिया जिहड़ी सारी ये आउण जाण वाली है। जां इस तरह कह लीए परमात्मा दा नाम एक ओंकार एक किल्ली दी तरह आले दुआले जिहड़ा तिन्नां गुणां दा पहिया चलदा उहदे विच सारी दुनिया ये खड़ा ये जिहड़ा धुरा खड़ा जो धुरे नाल जुड़ जाता वो रुक जाता, टकाऊ दे विच आ जाता, नहीं चलाएमान है। हर चीज़ हर शै जो दिखती है वो खत्म हो जाने वाली है। जो उपजो सो बिनस है, परो आज के काल। हौली 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 हर एक चीज़ खात्मे वल नूं जा रही है। दिन रब चलै निस सस चलै, तार का लख पलोए, मुकाम उही एक है, नानका सच बगोए। वो सच्चा नाम आ ते सच्चा परमात्मा, बाकी सारियां चीज़ां चलाएमान आ, क्योंकि कदे ना कदे ये खत्म हो जाण वालियां हन। ते हुण दो राजिਆਂ ਦੇ ਵਿੱਚ फर्क है। एक राजा है सच्चा ते एक राजा है झूठा। जे झूठा राजा ते वो झूठा राजा चुनिया किने आ, बनाया किने आ? झूठी प्रजा ने। ते झूठा ही फिर वो संसार बन जाता।
ਕੂੜ ਹੀ ਕੂੜ, ਭਰਮ ਭੁਲੇਖਿਆਂ ਦੇ ਵਿੱਚ ਪੈ ਕੇ ਮਨੁੱਖ ਰਹਿ ਜਾਂਦਾ। ਕੀ ਤੋਂ ਬਿਨਾ? ਸੱਚੇ ਨਾਮ ਤੋਂ ਬਿਨਾ, ਸੱਚੇ ਗਿਆਨ ਤੋਂ ਬਿਨਾ। ਕੂੜ ਰਾਜਾ, ਰਾਜਾ ਵੀ ਕੂੜ ਆ, ਭਰਮ ਦੇ ਵਿੱਚ ਆ, ਭੁਲੇਖੇ ਦੇ ਵਿੱਚ ਆ, ਭਾਵ ਇਹਦਾ ਰਾਜ ਸਦਾ ਵਾਸਤੇ ਨਹੀਂ ਰਹਿਣਾ, ਚਲਾਏਮਾਨ ਆ। ਕੂੜ ਪਰਜਾ, ਤੇ ਜਿਹੜੀ ਪਰਜਾ, ਪਰਜਾ ਵੀ ਕੂੜ ਹੀ ਆ। ਜੇ ਰਾਜਾ ਕੂੜ ਚੁਣ ਲਿਆ ਇਹਦਾ ਮਤਲਬ ਪਰਜਾ ਵੀ ਕੂੜ ਆ, ਕਿਉਂਕਿ ਜਿਹੋ ਜਿਹੇ ਲੋਕੀ ਆ ਉਹੋ ਜਿਹਾ ਉਹਨਾਂ ਦਾ ਮੁਖੀ ਆ। ਤਖਤ ਬਹਿ ਤਖਤੇ ਕੈ ਲਾਇਕ, ਜੇ ਕੋਈ ਲਾਇਕ ਪੁਰਸ਼ ਤਖਤ ਤੇ ਬਹੇ ਤਾਂ ਉਹ ਦੁਨੀਆ ਦਾ ਭਲਾ ਕਰੇਗਾ, ਜੇ ਨਲਾਇਕ ਤਖਤ ਤੇ ਬਹਿ ਗਿਆ ਤਾਂ ਦੁਨੀਆ ਦਾ ਬੁਰਾ ਕਰੇਗਾ। ਇਸ ਤਰ੍ਹਾਂ ਮੁਖੀ ਦੀ ਗੱਲ ਆ। ਜਿਹੋ ਜਿਹਾ ਮੁਖੀ, ਜਿਵੇਂ ਆਪਾਂ ਕਹਿੰਦੇ ਆ ਵੀ ਪਿੰਡ ਤਾਂ ਗਹੀਰਿਆਂ ਤੋਂ ਹੀ ਸਿਆਣਿਆ ਜਾਂਦਾ, ਅਗਲਾ ਕਹਿੰਦਾ ਮੁਖੀ ਦਿਖਾਓ ਬਈ ਕੌਣ ਆ। ਜਦੋਂ ਮੁਖੀ ਨੂੰ ਦੇਖ ਲਿਆ, ਮੁਖੀ ਕਿੰਨੇ ਗਿਆਨ ਵਾਲਾ, ਕਿਹੋ ਜਿਹਾ, ਕੀ ਕੰਮ ਕਰਦਾ, ਉਹੋ ਜਿਹਾ ਸਾਰਾ ਨਗਰ ਹੋਵੇਗਾ। ਸੋ ਮਹਾਰਾਜ ਸਮਝਾ ਰਹੇ ਹਨ, ਜਿਹੋ ਜਿਹਾ ਕਿਸੇ ਯੂਨੀਵਰਸਿਟੀ ਦਾ ਡਾਇਰੈਕਟਰ ਹੋਵੇਗਾ, ਪ੍ਰਿੰਸੀਪਲ ਹੋਵੇਗਾ, ਜੇ ਵਧੀਆ ਹੋਵੇਗਾ ਤਾਂ ਸਾਰਾ ਸਟਾਫ ਵਧੀਆ ਹੋਵੇਗਾ, ਬੱਚਿਆਂ ਦੀ ਪੜ੍ਹਾਈ ਵਧੀਆ ਚੱਲੇਗੀ। ਜੇ ਮੁਖੀ ਮਾੜਾ ਹੋਵੇਗਾ, ਸਟਾਫ ਮਾੜਾ ਹੋਵੇਗਾ ਤੇ ਬੱਚਿਆਂ ਦਾ ਪੱਠਾ ਬਹਿ ਜਾਵੇਗਾ। ਇਸੇ ਤਰ੍ਹਾਂ ਜੇ ਰਾਜਾ ਚੰਗਾ ਹੋਵੇਗਾ, ਸੱਚ ਨਾਲ ਜੁੜਿਆ ਹੋਵੇਗਾ ਤਾਂ ਪਰਜਾ ਵੀ ਚੰਗੀ ਹੋ ਜਾਊਗੀ। ਜੇ ਰਾਜਾ ਹੀ ਝੂਠ ਨਾਲ ਜੁੜਿਆ ਹੋਇਆ, ਮੁਖੀ ਹੀ ਮਾੜਾ ਬਣਾ ਲਿਆ, ਤੇ ਫਿਰ ਜਨਤਾ ਦਾ ਕੀ ਹਾਲ ਹੋਣਾ ਉਹ ਤਾਂ ਆਪਾਂ ਨੂੰ ਦੀਂਦਾ ਹੀ ਆ, ਪਤਾ ਹੀ, ਆਪਾਂ ਦੇਖਦੇ ਹੀ ਆ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਇਹ ਕੂੜ ਹੈ ਰਾਜਾ ਤੇ ਕੂੜ ਹੈ ਪਰਜਾ, ਕੂੜ ਸਭ ਸੰਸਾਰ। ਇਹ ਸਾਰਾ ਸੰਸਾਰ ਛਲਾਵੇ ਦੇ ਵਿੱਚ ਹੈ, ਕੂੜ ਦੇ ਵਿੱਚ ਹੈ, ਚਲਾਏਮਾਨ ਹੈ। ਇਹਨੇ ਸਦਾ ਇੱਕ ਰਸ ਨਹੀਂ ਰਹਿਣਾ, ਇਹ ਚਲਿਆ ਜਾ ਰਿਹਾ ਹੈ। ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ। ਝੂਠਾ ਹੈ ਮੰਡਪ ਹੁੰਦਾ ਮਹਿਲ, ਝੂਠੀ ਹੈ ਉਹਦੀਆਂ ਅਟਾਰੀਆਂ ਬਣਾਈਆਂ ਹੋਈਆਂ। ਝੂਠੇ ਦੀ ਜਿਹੜੀ ਝੂਠਾ ਰਾਜਾ, ਝੂਠ ਦੀ ਕਮਾਈ ਆ, ਤੇ ਝੂਠ ਹੀ ਜਨਤਾ, ਝੂਠਾ ਹੀ ਸੰਸਾਰ ਆ, ਤੇ ਉਹਦੇ ਜਿਹੜੇ ਬਣਾਏ ਹੋਏ ਮੰਡਪ ਮਾੜੀਆਂ ਉਹ ਵੀ ਤਾਂ ਝੂਠ ਹੀ ਆ, ਉੱਥੇ ਵੀ ਤਾਂ ਝੂਠ ਹੀ ਚੱਲੂ। ਕੂੜ ਬੈਸਣਹਾਰ, ਤੇ ਵਿੱਚ ਰਹਿਣ ਵਾਲਾ ਵੀ ਕੂੜ ਹੀ ਹੈ। ਇਹ ਸਰੀਰ ਜਿਹੜਾ ਜੇ ਤਾਂ ਜੁੜ ਗਏ ਸੱਚ ਨਾਲ, ਗੁਰਮੁਖ ਬਣ ਗਏ, ਫਿਰ ਤਾਂ ਹੈਗੇ ਆ ਠੀਕ, ਤੇ ਮਨਮੁਖ ਤਾਂ ਕੂੜ ਹੀ ਕੂੜ ਆ। ਕੂੜ ਹੀ ਰਾਜਾ, ਕੂੜ ਹੀ ਸਾਰਾ ਕੁਝ ਆ, ਕੂੜ ਹੀ ਸਰੀਰ, ਕੂੜ ਹੀ ਵਿਚਾਰ, ਕੂੜ ਹੀ ਬੰਦਿਆਂ ਦੇ ਨਾਲ ਜੁੜਨਾ, ਸੱਚ ਦੇ ਤੋਂ ਨਫ਼ਰਤ ਹੋ ਜਾਂਦੀ ਹੈ। ਇਸ ਤਰ੍ਹਾਂ ਦਾ ਸਾਡਾ ਅੰਦਰ ਬਣ ਜਾਂਦਾ ਹੈ। ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣਹਾਰ। ਇਹ ਸੋਇਨਾ ਪਹਿਨਣਾ ਇਹ ਵੀ ਕੂੜ ਆ, ਇਹ ਵੀ ਇੱਕ ਦਿਨ ਖਤਮ ਹੋ ਜਾਣ ਵਾਲਾ। ਰੂਪਾ ਹੁੰਦਾ ਚਾਂਦੀ, ਇਹ ਸੋਨਾ ਚਾਂਦੀ, ਤੇ ਸੋਨੇ ਚਾਂਦੀ ਨੂੰ ਪਹਿਨਣ ਵਾਲਾ ਮਨੁੱਖ ਇਹ ਵੀ ਤਾਂ ਚਲਾਏਮਾਨ ਆ। ਸਰੀਰ ਵੀ ਤਾਂ ਖਤਮ ਹੋ ਜਾਣ ਵਾਲਾ ਭਾਈ। ਕੂੜ ਕਾਇਆ, ਇਹ ਸਰੀਰ ਵੀ ਕਾਇਆ ਵੀ ਕੂੜ। ਕੂੜ ਕੱਪੜ, ਜਿਹੜੇ ਕੱਪੜੇ ਪਾਉਨੇ ਆ ਉਹ ਵੀ ਕੂੜ। ਕੂੜ ਰੂਪ ਪਾਰ, ਜਿਹੜਾ ਰੂਪ ਆ, ਰੰਗ ਰੂਪ ਆ, ਇਹ ਵੀ ਇੱਕ ਦਿਨ ਖਤਮ ਹੋ ਜਾਣ ਵਾਲਾ ਹੈ, ਇਹ ਵੀ ਕੂੜ ਹੀ ਹੈ। ਕੂੜ ਮੀਆਂ ਕੂੜ ਬੀਬੀ, ਇਹ ਪਤੀ ਪਤਨੀ ਜੋ ਰਿਸ਼ਤੇ ਨਾਤੇ ਬਣਦੇ ਆ, ਜਦੋਂ ਜਿਹੜੀ ਚੀਜ਼ ਝੂਠ ਤੇ ਟਿਕ ਗਈ, ਅੱਗੇ ਫਲਾਵਟ ਕਾਹਦੀ ਹੋਵੇਗੀ? ਝੂਠ ਦੀ। ਜੇ ਜਿਹੜੀ ਚੀਜ਼ ਸੱਚ ਤੇ ਟਿਕ ਗਈ, ਅੱਗੇ ਫਲਾਵਟ ਕਾਹਦੀ ਹੋਵੇਗੀ? ਸੱਚ ਦੀ। ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ। ਮੀਆਂ ਬੀਬੀ ਪਤੀ ਪਤਨੀ ਸਭ ਖੱਪ ਖੱਪ ਕੇ ਸੱਚ ਤੋਂ ਬਿਨਾਂ ਰਹਿ ਗਏ, ਖਾਰ ਹੋ ਗਏ, ਖੁਰ ਗਏ, ਚਲੇ ਗਏ, ਚਲਾਏਮਾਨ ਹੋ ਗਏ, ਖਤਮ ਹੋ ਗਏ ਇੱਥੋਂ। ਕੂੜ ਕੂੜੈ ਨੇਹੋਂ ਲੱਗਾ ਬਿਸਰਿਆ ਕਰਤਾਰ। ਹੁਣ ਕੂੜੇ ਮਨੁੱਖ ਦਾ ਕੂੜੇ ਮਨੁੱਖ ਦੇ ਨਾਲ ਹੀ ਨੇਹੋਂ ਲੱਗ ਗਿਆ, ਕਰਤਾਰ ਪਰਮਾਤਮਾ ਵਾਹਿਗੁਰੂ ਵਿਸਰ ਗਿਆ। ਹੁਣ ਮਨੁੱਖ ਨੇ ਪਿਆਰ ਕਾਹਦੇ ਨਾਲ ਪਾਉਣਾ ਸੀ? ਸੱਚ ਨਾਲ। ਸੱਚ ਕੀ ਆ? ਸਤਿਗੁਰੂ, ਗੁਰਬਾਣੀ। ਗੁਰਬਾਣੀ ਦੇ ਨਾਲ ਪ੍ਰੇਮ ਪਾਉਣਾ ਸੀ, ਪਿਆਰ ਪਾਉਣਾ ਸੀ। ਮਨੁੱਖ ਕੀ ਕਰਦਾ? ਮਨੁੱਖ ਬੰਦਿਆਂ ਦੇ ਮਗਰ ਹੀ ਲੱਗਿਆ ਹੋਇਆ। ਕੂੜੀ ਉਹ ਆ ਤੇ ਕੂੜੀ ਉਹ ਆ। ਕੂੜ ਕੂੜੈ ਨੇਹੋਂ ਲੱਗਾ ਤੇ ਵਿਸਰਿਆ ਕਰਤਾਰ। ਹੁਣ ਰੱਬ ਭੁੱਲ ਗਿਆ ਦੋਨਾਂ ਨੂੰ, ਕਿਉਂਕਿ ਉਹ ਵੀ ਕੂੜ 'ਚ ਫਸ ਗਿਆ, ਉਹ ਵੀ ਕੂੜ 'ਚ ਫਸ ਗਿਆ, ਤੇ ਦੋਨੇ ਜਾਣੇ ਆਪਣੇ ਆਪ ਨੂੰ ਕਹਿਣ ਲੱਗ ਗਏ ਬਹੁਤ ਵਧੀਆ ਆਪਾਂ, ਤੇ ਕਰਤਾਰ ਰੱਬ ਆ ਉਹ ਵਿਸਰ ਗਿਆ। ਕਿਸ ਨਾਲ ਕੀਚੈ ਦੋਸਤੀ
सब जग ਚੱਲਣਹਾਰ। ਮਹਾਰਾਜ ਸਮਝਾ ਰਹੇ ਹਨ ਸਾਡੀ ਦੋਸਤੀ ਕਿਹਦੇ ਨਾਲ ਹੋਣੀ ਚਾਹੀਦੀ ਹੈ, ਕਿਹਦੇ ਨਾਲ ਦੋਸਤੀ ਕਰੀਏ। ਸਭ ਜਗ ਚੱਲਣਹਾਰ, ਸਾਰਾ ਜਗਤ ਚਲਾਏਮਾਨ ਹੈ, ਚੱਲਣਹਾਰ ਹੈ। ਇਹਦਾ ਮਤਲਬ ਦੋਸਤੀ ਕਰਨੀ ਹੈ ਕਿਹਦੇ ਨਾਲ? ਸੱਚ ਨਾਲ, ਸੱਚੇ ਨਾਮ ਨਾਲ। ਉਹ ਨਹੀਂ ਚਲਾਏਮਾਨ, ਉਹ ਸਿਰੇ ਤੱਕ ਰਹਿਣ ਵਾਲਾ ਹੈ, ਬਾਕੀ ਸਾਰਾ ਕੁਝ ਖਤਮ ਹੋ ਜਾਣ ਵਾਲਾ ਹੈ। ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੇ ਪੂਰ। ਇਹ ਕੂੜਾ ਹੈ ਮਿਠਾਸ, ਕੂੜੇ ਹੈ ਖਿਆਲ। ਝੂਠਾਂ ਅੰਦਰ ਬੇੜੀਆਂ ਦੇ ਪੂਰਾਂ ਦੇ ਪੂਰ ਡੁੱਬ ਰਹੇ ਹਨ। ਇਹ ਸਭ ਕੁਝ ਝੂਠ ਹੀ ਝੂਠ ਹੈ। ਮਿੱਠਾ ਲੱਗ ਰਿਹਾ ਝੂਠ ਤੇ ਕੌੜਾ ਲੱਗ ਰਿਹਾ ਸੱਚ। ਕਿਉਂ? ਕਿਉਂਕਿ ਅਸੀਂ ਬਿਮਾਰ ਹਾਂ। ਜਦੋਂ ਬੁਖਾਰ ਚੜ੍ਹਿਆ ਹੋਵੇ ਨਾ ਗੁਰਮੁਖ ਪਿਆਰਿਓ, ਉਦੋਂ ਵਧੀਆ ਚੀਜ਼ ਵੀ ਬਣਾ ਕੇ ਦੇਣ ਨਾ ਕਰਦੇ, ਅਗਲਾ ਕਹਿੰਦਾ ਮੇਰਾ ਜੀਅ ਨਹੀਂ ਕਰਦਾ, ਖਾਣ ਨੂੰ ਜੀਅ ਨਹੀਂ ਕਰਦਾ, ਹੋ ਰਹੀ ਹੈ, ਸਵਾਦ ਜਿਹਾ ਮਾਰਿਆ ਗਿਆ। ਕਿਉਂ? ਕਿਉਂਕਿ ਤੇਰੇ ਅੰਦਰ ਬੁਖਾਰ ਆ ਭਾਈ, ਦਵਾਈ ਲੈ। ਹੁਣ ਉਹ ਚੀਜ਼ ਨਹੀਂ ਮਾੜੀ, ਚੀਜ਼ ਤਾਂ ਵਧੀਆ, ਪਰ ਤੈਨੂੰ ਮਾੜੀ ਲੱਗ ਰਹੀ ਹੈ, ਤੇਰੇ ਅੰਦਰ ਬੁਖਾਰ ਆ, ਬੁਖਾਰ ਠੀਕ ਕਰ। ਇਸੇ ਤਰ੍ਹਾਂ ਜਿਹਦੇ ਅੰਦਰ ਹਉਮੈ ਦਾ ਬੁਖਾਰ ਹੁੰਦਾ, ਉਹਨੂੰ ਝੂਠ ਲੱਗਦਾ ਚੰਗਾ ਤੇ ਸੱਚ ਲੱਗਦਾ ਮਾੜਾ। ਉਹ ਵੀ ਕਹਿੰਦਾ ਸੱਚ ਨੂੰ ਪਰੇ ਕਰੋ, ਸੱਚ ਨੂੰ ਬੰਦ ਕਰੋ, ਗੁਰਬਾਣੀ ਸਾਰੀ ਸੱਚ ਆ। ਫਿਰ ਅਗਲਾ ਕਹਿੰਦਾ ਗੁਰਬਾਣੀ ਵੀ ਬੰਦ ਕਰੋ, ਆਪਣਾ ਬੰਦਾ ਲਿਆਓ ਕੋਈ। ਇਸ ਤਰ੍ਹਾਂ ਆਏ ਜੇ ਵੋ ਕੀ ਕੁਛ ਹੋ ਰਿਹਾ ਹੈ। ਕਿਉਂ ਹੋ ਰਿਹਾ? ਕਿਉਂਕਿ ਸਾਡੇ ਅੰਦਰ ਝੂਠ ਆ, ਝੂਠੇ ਨੂੰ ਝੂਠ ਹੀ ਚੰਗਾ ਲੱਗਦਾ। ਗੱਲ ਤਾਂ ਇਹ ਆ ਵੀ ਝੂਠ ਤਾਂ ਅਸੀਂ ਹੈਗੇ ਆ, ਸੱਚ ਸੁਣਨ ਦੀ ਆਦਤ ਪਾਈਏ। ਕੂੜ ਮਿੱਠਾ ਕੂੜ ਮਾਖਿਓ, ਮਾਖਿਓ ਮਖਿਆਲ ਤੋਂ ਵੀ ਮਿੱਠਾ ਲੱਗ ਰਿਹਾ। ਕੂੜ ਡੋਬੇ ਪੂਰ, ਪੂਰਾਂ ਦੇ ਪੂਰ ਇਸ ਕੂੜ ਦੇ ਵਿੱਚ ਡੁੱਬ ਰਹੇ ਹਨ। ਨਾਨਕ ਬਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ। ਗੁਰੂ ਨਾਨਕ ਬਾਬਾ ਜੀ ਬੇਨਤੀ ਕਰ ਰਹੇ ਹਨ ਕਿ ਹੇ ਪ੍ਰਮਾਤਮਾ, ਹੇ ਵਾਹਿਗੁਰੂ, ਹੇ ਅਕਾਲ ਪੁਰਖ, ਤੇਰੇ ਨਾਮ ਤੋਂ ਬਿਨਾ, ਤੇਰੇ ਤੋਂ ਬਿਨਾ, ਸੱਚ ਤੋਂ ਬਿਨਾ ਸਾਰਾ ਕੁਝ ਕੂੜ ਹੀ ਕੂੜ ਹੈ। ਇੱਕ ਪਾਸੇ ਆ ਪ੍ਰਮਾਤਮਾ ਤੇ ਪ੍ਰਮਾਤਮਾ ਦਾ ਨਾਮ। ਜੇ ਤਾਂ ਪ੍ਰਮਾਤਮਾ ਦੇ ਨਾਮ ਨਾਲ ਜੁੜ ਗਏ, ਸਤਿਗੁਰੂ ਨਾਲ ਜੁੜ ਗਏ, ਤਾਂ ਅੰਦਰ ਸੱਚ ਵਰਤ ਜਾਵੇਗਾ, ਨਹੀਂ ਤਾਂ ਅੰਦਰ ਕੂੜ ਵਰਤ ਜਾਵੇਗਾ। ਸਾਰਾ ਹੀ ਕੂੜ, ਕੂੜੇ ਹੀ ਰਿਸ਼ਤੇ, ਕੂੜਾ ਹੀ ਸਾਰਾ ਕੁਝ। ਕੂੜ ਨੂੰ ਹੀ ਫਿਰ ਮੁਖੀ ਬਣਾਉਂਦਾ ਬੰਦਾ। ਝੂਠੇ ਲੋਕ ਝੂਠੇ ਨੂੰ ਹੀ ਮੁਖੀ, ਆਪਦੇ ਵਰਗੇ ਨੂੰ ਹੀ ਬਣਾਉਣਾ ਚਾਹੁੰਦੇ ਆ, ਦੂਜੇ ਸੱਚ ਵਾਲੇ ਨੂੰ ਨਹੀਂ। ਤੇ ਉਸ ਤਰ੍ਹਾਂ ਫਿਰ ਸਾਰੇ ਪੂਰਾਂ ਦੇ ਪੂਰ ਮਹਾਰਾਜ ਕਹਿੰਦੇ ਡੁੱਬ ਰਹੇ ਆ। ਜਾਂ ਹੋਰ ਅਸੀਂ ਭਾਵ ਅਰਥ ਲੈਣਾ ਹੋਵੇ ਤਾਂ ਸਾਡਾ ਮਨ ਰੂਪੀ ਰਾਜਾ ਜਦੋਂ ਕੂੜ ਦੇ ਵਿੱਚ ਫਸ ਜਾਂਦਾ, ਤਾਂ ਇਹਦਾ ਸੰਸਾਰ ਆ ਜਿਹੜਾ, ਮਾਤਾ ਮੱਤ ਪਿਤਾ ਸੰਤੋਖ, ਸੱਤ ਭਾਈ ਘਰ ਇਹੋ ਵਸੇਖ। ਇਹ ਵਧੀਆ ਪਰਿਵਾਰ ਆ ਮਨ ਦਾ। ਮਨ ਦੀ ਮਾਤਾ ਹੋਵੇ ਚੰਗੀ ਮੱਤ, ਪਿਤਾ ਹੋਵੇ ਸੰਤੋਖ, ਸੱਚ ਦੇ ਰੂਪ 'ਚ ਹੋਣ ਭਰਾ, ਇਹਦਾ ਪਰਿਵਾਰ ਵਧੀਆ। ਜਦੋਂ ਮਨ ਨੂੰ ਮਾੜੀ ਮੱਤ ਆ ਜਾਂਦੀ ਹੈ, ਲਾਲਚੀ ਬਿਰਤੀ ਹੋ ਜਾਂਦੀ ਹੈ, ਝੂਠੇ ਭਰਾ ਬਣ ਜਾਂਦੇ ਆ, ਇਹ ਮਨ ਫਿਰ ਮਨ ਦੀ ਨਗਰੀ ਆ ਜਿਹੜੀ, ਮਨ ਦਾ ਸੰਸਾਰ ਆ ਜਿਹੜਾ ਬਣਾਇਆ ਹੋਇਆ ਸ਼ੇਖ ਚਿਲੀ ਵਾਲਾ ਆਪਣੇ ਅੰਦਰ, ਉਹ ਸਾਰਾ ਕੁਝ ਮਹਾਰਾਜ ਕਹਿੰਦੇ ਝੂਠਾ ਹੀ ਝੂਠਾ। ਜੇ ਸੱਚ ਨਾਲ ਨਹੀਂ ਜੁੜਦੇ ਤੇ ਸਾਡੇ ਅੰਦਰਲਾ ਸੰਸਾਰ ਵੀ ਝੂਠਾ। ਜਦੋਂ ਅੰਦਰਲਾ ਸੰਸਾਰ ਝੂਠਾ ਤਾਂ ਸਾਨੂੰ ਬਾਹਰ ਵੀ ਝੂਠ ਹੀ ਦਿਸੇਗਾ। ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਸਾਡੇ ਅੰਦਰ ਸੱਚ ਚਲਿਆ ਜਾਵੇਗਾ, ਅਸੀਂ ਗੁਰਮੁਖ ਬਣ ਜਾਵਾਂਗੇ, ਚੰਗੇ ਸੁਭਾਅ ਦੇ ਮਾਲਕ ਬਣ ਜਾਵਾਂਗੇ, ਚੰਗੇ ਬੰਦੇ ਸਾਨੂੰ ਚੰਗੇ ਲੱਗਣ ਲੱਗ ਜਾਣਗੇ, ਬੁਰੇ ਬਣ ਜਾਣਗੇ ਤਾਂ ਬੁਰੇ ਚੰਗੇ ਲੱਗਣ ਲੱਗ ਜਾਣਗੇ। ਇਸ ਤਰ੍ਹਾਂ ਪੂਰਾਂ ਦੇ ਪੂਰ ਮਹਾਰਾਜ ਕਹਿੰਦੇ ਸੱਚੇ ਨਾਮ ਤੋਂ ਬਿਨਾ ਸੰਸਾਰ ਦੇ ਵਿੱਚ ਡੁੱਬ ਰਹੇ ਹਨ। ਮਹੱਲਾ ਪਹਿਲਾ। ਅਗਲੇ ਸ਼ਲੋਕ ਦੀ ਬਖਸ਼ਿਸ਼ ਕਰ ਰਹੇ ਹਨ। ਸੱਚ ਤਾਂ ਪਰ ਜਾਣੀਐ ਜਾ ਹਿਰਦੈ ਸੱਚਾ ਹੋਏ। ਜੇ ਮਨੁੱਖ ਦੇ ਮਨ ਦੇ ਅੰਦਰ ਝੂਠ ਆ ਤਾਂ ਝੂਠ ਵੱਲ ਨੂੰ ਹੀ ਜਾਏਗਾ। ਝੂਠੇ ਹੀ ਰਿਸ਼ਤੇ, ਝੂਠੇ ਹੀ ਨਾਤੇ, ਝੂਠੇ ਹੀ ਦੋਸਤ ਮਿੱਤਰ, ਝੂਠ ਹੀ ਚੰਗਾ ਲੱਗੂ। ਜੇ ਅੰਦਰ ਠੱਗੀ ਦਾ, ਮੇਰੇ ਅੰਦਰ ਠੱਗੀ ਦੇ ਵਿਚਾਰ ਆ ਤਾਂ ਠੱਗ ਚੰਗੇ ਲੱਗਣਗੇ। ਜੇ ਮੇਰੇ ਅੰਦਰ ਮਿਹਨਤ ਦੇ ਵਿਚਾਰ ਆ ਤਾਂ ਮਿਹਨਤੀ ਲੋਕ ਚੰਗੇ ਲੱਗਣਗੇ। ਜਿਹੋ ਜਿਹਾ ਅੰਦਰ ਆ ਉਹੋ ਜਿਹਾ ਹੀ ਆ। ਹਿਰਦੇ ਸੱਚਾ ਹੋਏ ਤਾਂ ਸੱਚ ਨੂੰ ਜਾਣ ਸਕਦੇ ਹਾਂ। ਸੱਚ ਤਾਂ ਪਰ ਜਾਣੀਐ ਜਾਂ ਹਿਰਦੇ ਸੱਚਾ ਹੋਏ। ਜੇ ਤੂੰ ਅੰਦਰੋਂ ਆਪ ਸੱਚਾ ਹੋਵੇਂ ਫਿਰ ਸੱਚ ਦੀ ਪ੍ਰਾਪਤੀ ਹੈ, ਫਿਰ ਸੱਚ ਨੂੰ ਜਾਣਿਆ ਜਾ ਸਕਦਾ। ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ। कूड़ की मल उतरै जन्म जन्म की इस मन को मल लागी। काला होआ स्या खनली धोती उजली ना होवे जे 100 धोवन पा।
ਤੇ ਇੱਥੇ ਕਹਿੰਦੇ ਕੂੜ ਦੀ ਝੂਠ ਦੀ ਮੈਲ ਉਤਰ ਜਾਂਦੀ ਹੈ। ਤਨ ਕਰੇ ਹੱਛਾ ਧੋਏ, ਜੇ ਕਿਤੇ ਆਤਮਿਕ ਇਸ਼ਨਾਨ ਮਨੁੱਖ ਕਰ ਲਵੇ। ਕਿਵੇਂ ਹੁੰਦਾ ਜੀ? ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਆ ਤੀਰਥ ਤੇ ਇਸ਼ਨਾਨ ਕਰਨਾ ਸੀ ਅਸੀਂ, ਇਹ ਤੀਰਥ ਬਾਰੇ ਜਾਣਨਾ ਸੀ ਅਸੀਂ। ਤਾਂ ਜਾਣਾਂਗੇ ਜੇ ਅੰਦਰ ਸੱਚ ਹੋਊ, ਸੱਚ ਦੀ ਪ੍ਰਾਪਤੀ ਵੱਲ ਨੂੰ ਚੱਲਾਂਗੇ। ਮੰਨ ਲਓ ਧਰਮੀ ਬਣ ਗਏ। ਹੁਣ ਇੱਕ ਧਰਮੀ ਬਣਿਆ ਸੱਚ ਦੀ ਭਾਲ ਦੇ ਵਿੱਚ, ਸੱਚੇ ਪ੍ਰਮਾਤਮਾ ਦੀ ਭਾਲ ਦੇ ਵਿੱਚ। ਇੱਕ ਧਰਮੀ ਬਣਿਆ ਪੈਸੇ ਦੀ ਭਾਲ ਦੇ ਵਿੱਚ, ਵੀ ਧਰਮੀ ਬਣਾਂਗੇ, 4 ਪੈਸੇ ਕਮਾਵਾਂਗੇ, ਮੌਜਾਂ ਕਰਾਂਗੇ, ਲੋਕਾਂ ਨੂੰ ਬੁੱਧੂ ਬਣਾਵਾਂਗੇ। ਤੇ ਉਹਨੇ ਸੱਚ ਦੇ ਨਾਲ ਨਾ ਆਪ ਜੁੜਨਾ ਤੇ ਨਾ ਉਹਦੇ ਚੇਲੇ ਬਾਲ ਕੇ ਜੁੜ ਸਕਦੇ ਆ, ਨਾ ਉਹਨੂੰ ਸੱਚ ਚੰਗਾ ਲੱਗੇ। ਕਿਉਂਕਿ ਗੁਰਬਾਣੀ ਆ ਸੱਚ, ਗੁਰਬਾਣੀ ਲੱਗਦੀ ਉਹਨਾਂ ਤੇ ਜਿਹੜੇ ਝੂਠੇ ਆ। ਫਿਰ ਅਗਲਾ ਕਹਿੰਦਾ ਐਂ ਕਰੋ ਜੀ, ਉਹ ਕਰੋ। ਜਿੰਨਾ ਚਿਰ ਹਿਰਦੇ 'ਚ ਸੱਚ ਨਹੀਂ ਹੈ ਮਨੁੱਖ ਤੇਰੇ, ਜਾਂ ਤੈਨੂੰ ਸੱਚ ਦੀ ਭਾਲ ਨਹੀਂ, ਜਾਂ ਤੇਰੇ ਅੰਦਰ ਕਿਣਕਾ ਸੱਚ ਦਾ ਨਾਮ ਦਾ ਗਿਆਨ ਨਹੀਂ, ਜਾਂ ਗੁਰਬਾਣੀ ਤੋਂ ਪੜ੍ਹੀ ਸੁਣੀ ਸਮਝੀ ਨਹੀਂ, ਫਿਰ ਕਿਵੇਂ ਸੱਚ ਵੱਲ ਨੂੰ ਜਾ ਸਕਦਾ? ਉਹ ਡੁੱਬਣ ਵਾਲੇ ਪੂਰਾਂ 'ਚ, ਪੂਰਾਂ ਦੇ ਪੂਰ ਡੁੱਬ ਰਹੇ ਆ। ਕੋਈ ਗੁਰਮੁਖ ਪਿਆਰਾ ਭਾਈ ਲੱਖਾਂ ਕਰੋੜਾਂ 'ਚੋਂ ਇੱਕ ਜਿਹੜਾ ਮੁਕਤੀ ਪ੍ਰਾਪਤ ਕਰਦਾ ਹੈ। ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ। ਜੇ ਕਿਤੇ ਤਨ ਨੂੰ, ਇਸ ਸੂਖਸ਼ਮ ਤਨ ਨੂੰ ਆਤਮਿਕ ਇਸ਼ਨਾਨ ਮਨੁੱਖ ਕਰਾ ਲਵੇ ਤਾਂ ਹੱਛਾ ਹੋ ਸਕਦਾ, ਚੰਗਾ ਹੋ ਸਕਦਾ। ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ। ਸੱਚ ਨੂੰ ਤਾਂ ਜਾਣਿਆ ਜਾ ਸਕਦਾ ਜੇ ਸੱਚ ਨਾਲ ਪਿਆਰ ਪਵੇ। ਸੱਚ ਨਾਲ ਪਿਆਰ ਤਾਂ ਪੈਂਦਾ ਜੇ ਸੱਚਿਆਂ ਨਾਲ ਪਿਆਰ ਹੋਵੇ। ਸੱਚਿਆਂ ਨਾਲ ਪਿਆਰ ਤਾਂ ਪੈਂਦਾ ਜੇ ਅੰਦਰੋਂ ਸੱਚ ਲੱਭਣ ਦੀ ਤਾਂਘ ਹੋਵੇ, ਸੱਚ ਕਮਾਉਣ ਦੀ ਤਾਂਘ ਹੋਵੇ, ਪਰਮਾਤਮਾ ਨੂੰ ਪ੍ਰਾਪਤੀ ਦੀ, ਸੱਚ ਦੀ ਇੱਛਾ ਹੋਵੇ ਮਨ ਦੇ ਵਿੱਚ, ਤਾਂ ਸੱਚ ਦੀ ਪ੍ਰਾਪਤੀ ਹੁੰਦੀ ਹੈ ਭਾਈ। ਨਾਉ ਸੁਣ ਮਨ ਰਹਸੀ ਹੈ ਤਾਂ ਪਾਏ ਮੋਖ ਦੁਆਰ। ਨਾਉ ਕੀ ਹੈ? ਨਾਮ ਕੀ ਹੈ? ਸੱਚ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਗੁਰਬਾਣੀ ਸਾਰੀ ਸੱਚ ਆ। ਨਾਉ ਸੁਣ ਮਨ ਰਹੱਸੀ ਹੈ। ਨਿਸ਼ਾਨੀ ਇੱਕ ਦੱਸ ਰਹੇ ਹਨ ਮਹਾਰਾਜ ਸੱਚੇ ਪਾਤਸ਼ਾਹ, ਸੱਚ ਤੇ ਝੂਠ ਦੀ, ਨਕਲੀ ਤੇ ਅਸਲੀ ਦੀ। ਜੇ ਤਾਂ ਤੇਰਾ ਮਨ ਖੇੜੇ 'ਚ ਆਉਂਦਾ ਸੱਚ ਨੂੰ ਸੁਣ ਕੇ, ਤਾਂ ਪਾਏ ਮੋਖ ਦੁਆਰ, ਸਮਝ ਲਓ ਮੁਕਤੀ ਦੇ ਦੁਆਰ ਤੱਕ ਚਲਿਆ ਜਾਵੇਗਾ। ਸੱਚੀ ਸਿੱਖ ਵਾਸਤੇ ਆ ਬਾਣੀ। ਜੇ ਤਾਂ ਗੁਰਬਾਣੀ ਨੂੰ ਸੁਣ ਕੇ ਸੁਆਦ ਜਿਹਾ ਆਉਂਦਾ, ਆਨੰਦ ਜਿਹਾ ਆਉਂਦਾ, ਆਪਦੀ ਗਲਤੀ ਦਾ ਅਹਿਸਾਸ ਹੁੰਦਾ ਵੀ ਹਾਂ ਮੈਂ ਇੱਥੇ ਗਲਤ ਹਾਂ, ਫਿਰ ਤਾਂ ਭਾਈ ਸੱਚ ਵੱਲ ਨੂੰ ਚੱਲ ਪਾਂਗੇ। ਤੇ ਨਹੀਂ ਕੀ ਹੁੰਦਾ, ਦੇਖੋ ਸ਼ੀਸ਼ਾ ਦੇਖਦੇ ਹਾਂ ਆਪਾਂ, ਜਿਹੜਾ ਵੀ ਦਾਗ ਲੱਗਿਆ ਹੋਇਆ ਸ਼ੀਸ਼ੇ ਨੇ ਦਾਗ ਦਿਖਾ ਦੇਣਾ। ਹੁਣ ਬਜਾਏ ਸ਼ੀਸ਼ਾ ਤੋੜਨ ਦੇ ਆਪਣਾ ਦਾਗ ਸਾਫ਼ ਕਰੋ ਭਾਈ। ਗੁਰਬਾਣੀ ਦਰਪਣ ਕਿਹਾ ਗਿਆ। ਗੁਰਬਾਣੀ ਇੱਕ ਸ਼ੀਸ਼ਾ, ਸਭ ਨੂੰ ਸ਼ੀਸ਼ਾ ਦਿਖਾ ਦਿੰਦੀ ਹੈ। ਉਹ ਬਜਾਏ ਕਿ ਮਨੁੱਖ ਆਪਣਾ ਦਾਗ ਸਾਫ਼ ਕਰਨ ਦੇ, ਫਿਰ ਸ਼ੀਸ਼ਾ ਤੋੜਨ ਦੀ ਕੋਸ਼ਿਸ਼ ਕਰਦਾ। ਇਹ ਨਿਸ਼ਾਨੀ ਆ। ਜੇ ਤਾਂ ਨਾਮ ਸੁਣ ਕੇ, ਸੱਚ ਸੁਣ ਕੇ ਮਨ ਖੇੜੇ 'ਚ ਆਉਂਦਾ, ਮਨ ਮੰਨਦਾ, ਫਿਰ ਤਾਂ ਤੁਸੀਂ ਸੱਚ ਵੱਲ ਨੂੰ ਜਾ ਰਹੇ ਹੋ। ਜੇ ਮਨ ਸੱਚ ਨੂੰ ਸੁਣ ਕੇ ਚਿੜਦਾ, ਫਿਰ ਸਮਝ ਲਓ ਤੁਹਾਡੇ ਅੰਦਰ ਝੂਠ ਆ ਭਾਈ, ਮੁਕਤੀ ਦਾ ਦੁਆਰਾ ਨਹੀਂ ਪ੍ਰਾਪਤ ਕਰ ਸਕਦੇ। ਸੱਚ ਤਾਂ ਪਰ ਜਾਣੀਐ ਜਾ ਜੁਗਤ ਜਾਣੈ ਜੀਓ। ਸੱਚ ਤਾਂ ਜਾਣਿਆ ਜਾ ਸਕਦਾ ਜੇ ਅੰਦਰਲੇ ਜੀਓ ਦੀ ਜੁਗਤ ਜਾਣ ਜਾਵੇ। ਜੇ ਆਪਣੇ ਆਤਮਿਕ ਗਿਆਨ, ਜੇ ਆਤਮਿਕ ਗਿਆਨ ਹੋ ਜਾਵੇ ਤਾਂ ਅੰਦਰੋਂ ਸੱਚ ਨੂੰ ਜਾਣਿਆ ਜਾ ਸਕਦਾ। ਜੇ ਕੋਈ ਇਹ ਜੀਓ ਕਿਵੇਂ ਪੈਂਦਾ, ਕੌਣ ਪਾਉਂਦਾ, ਕੀ ਕਰਨ ਆਏ ਆ, ਕਿੱਥੋਂ ਆਏ ਆ, ਕਿੱਥੇ ਜਾਣਾ, ਕੀ ਪਰਮਾਤਮਾ ਕਿਵੇਂ ਮਿਲਿਆ ਜਾਂਦਾ, ਇਹ ਸਾਰੀਆਂ ਜੁਗਤੀਆਂ ਕਾਹਦੇ ਵਿੱਚ ਆ? ਗੁਰਬਾਣੀ ਦੇ ਵਿੱਚ। ਜੇ ਇਹ ਜੀਓ ਜਾਣ ਲਵੇ ਤਾਂ ਸੱਚ ਨੂੰ ਜਾਣ ਸਕਦਾ। ਜੇ ਗੁਰਬਾਣੀ ਨਾਲ ਹੀ ਨਹੀਂ ਜੁੜਿਆ ਤੇ ਫਿਰ ਸੱਚ ਨੂੰ ਕਿਵੇਂ ਜਾਣੇਗਾ? ਕਿਉਂਕਿ ਇੱਕ ਜੁਗਤੀ ਆ ਨਾ, ਜੁਗਤੀ ਦੇ ਨਾਲ ਹੀ ਮੁਕਤੀ ਮਿਲਦੀ ਆ ਭਾਈ। ਜੇ ਹੁਣ ਕੋਈ ਚੀਜ਼ ਬੀਜਣਾ ਮੰਨ ਲਓ, ਹੁਣ ਉਹਦਾ ਅਨਪੜ੍ਹ ਕਿਸਾਨ ਆ ਭਾਵੇਂ, ਪਰ ਉਹਨੂੰ ਹੱਥ ਲਾ ਕੇ ਪਤਾ ਹੁੰਦਾ ਵੀ ਮਿੱਟੀ ਕਿਵੇਂ ਆ ਬੀਜਣ ਵਾਲੀ, ਗਿੱਲੀ ਤਾਂ ਨਹੀਂ ਜ਼ਿਆਦੇ, ਨਹੀਂ ਭਾਈ 1-2 ਦਿਨ ਰੁਕ ਜਾਓ। ਚੜ੍ਹ ਤਾਂ ਨਹੀਂ ਗਈ? ਹਾਂ ਭਾਈ ਚੜ੍ਹ ਗਈ, ਹੁਣ ਬੀ ਨਾ ਪਾਇਓ। ਐਨ ਬੱਤ ਤੇ ਬੀ ਪਾਇਆ ਜਾਂਦਾ। ਇਹ ਜੁਗਤੀਆਂ ਹੁੰਦੀਆਂ। ਇਸੇ ਤਰ੍ਹਾਂ ਅੰਦਰਲੀਆਂ ਜੁਗਤੀਆਂ, ਜਿਹੜਾ ਜਾਣ ਲੈਂਦਾ ਉਹ ਸੱਚ ਤੱਕ ਪਹੁੰਚ ਜਾਂਦਾ ਭਾਈ। ਕੀ ਕਰਦਾ ਫਿਰ ਉਹ? ਧਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਓ। ਉਹ ਆਪਣੀ ਕਾਇਆ ਰੂਪੀ ਧਰਤੀ ਨੂੰ ਸਾਧ ਲੈਂਦਾ ਹੈ। ਜਿਵੇਂ ਹੁਣ ਬੀਜ ਪਾਉਣਾ ਮੰਨ ਲਓ, 2 ਚੀਜ਼ਾਂ ਜ਼ਰੂਰੀ ਹੈ। ਪਹਿਲਾਂ ਤਾਂ ਖੇਤ ਦੀ ਵਹਾਈ ਜ਼ਰੂਰੀ ਹੈ।
ਉਹਦੇ ਵਿੱਚੋਂ ਜਿਹੜਾ ਹੋਰ ਸੁਆਹ ਖੇ ਲਟਰਮ ਪਟਰਮ ਹੋਇਆ ਪਿਆ ਉਹਨੂੰ ਗੁੱਡਣਾ ਕੱਢਣਾ ਜ਼ਰੂਰੀ ਹੈ। ਫਿਰ ਉਹਨੂੰ ਪੋਲਾ ਕਰਨਾ ਜ਼ਰੂਰੀ ਹੈ, ਭਾਵ ਖੇਤ ਨੂੰ ਬਣਾਉਣਾ ਵੀ ਜ਼ਰੂਰੀ ਹੈ ਤੇ ਫਿਰ ਉਹਦੇ ਵਿੱਚ ਵਧੀਆ ਬੀਜ ਪੈਣਾ ਵੀ ਜ਼ਰੂਰੀ ਹੈ। ਦੋ ਗੱਲਾਂ ਜ਼ਰੂਰੀ ਹੈ। ਇਸੇ ਤਰ੍ਹਾਂ ਸਰੀਰ ਰੂਪੀ ਕਾਇਆ ਦੇ ਵਿੱਚੋਂ ਔਗਣਾ ਰੂਪੀ ਵਾਧੂ ਪਦਾਰਥ ਕੱਢਣੇ ਵੀ ਜ਼ਰੂਰੀ ਆ ਤੇ ਅੰਦਰ ਸੱਚ ਦਾ ਨਾਮ ਪਾਉਣਾ ਵੀ ਜ਼ਰੂਰੀ ਹੈ। ਧਰਤ ਕਾਇਆ ਸਾਧਕ ਹੈ। ਜਿਹੜੇ ਗੁਰਮੁਖ ਪਿਆਰੇ ਸਤਿਗੁਰੂ ਨਾਲ ਜੁੜ ਗਏ ਉਹ ਆਪਦੀ ਧਰਤੀ ਰੂਪੀ ਕਾਇਆ ਨੂੰ ਸਾਧ ਲੈਂਦੇ ਆ। ਵਿੱਚ ਦੇਹ ਕਰਤਾ ਬੀਓ, ਕਰਤਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੰਦਰ ਸੱਚ ਦਾ ਬੀਜ ਪਾ ਦਿੰਦੇ ਹਨ। ਜਿਨ੍ਹਾਂ ਦੀ ਧਰਤੀ ਸਾਧੀ ਜਾਂਦੀ ਹੈ, ਪਹਿਲਾਂ ਆਪਣੇ ਆਪ ਨੂੰ ਸਾਧਣਾ, ਆਪਣੀ ਧਰਤੀ ਨੂੰ ਬਣਾਉਣਾ, ਉਹ ਬੀਜ ਪਾਉਣ ਜੋਗੇ ਕਰਨਾ, ਫਿਰ ਕਰਤੇ ਨੇ ਪ੍ਰਮਾਤਮਾ ਨੇ ਬੀਜ ਸੱਚ ਦਾ ਪਾ ਦੇਣਾ ਹੈ। ਸੱਚ ਤਾਂ ਪਰ ਜਾਣੀ ਹੈ ਜਾਂ ਸਿੱਖ ਸੱਚੀ ਲੇ। ਸੱਚ ਨੂੰ ਤਾਂ ਜਾਣਿਆ ਜਾ ਸਕਦਾ ਜੇ ਸਿੱਖਿਆ ਸੱਚੀ ਹੋਵੇ। ਜੇ ਝੂਠ ਤੂਫਾਨ ਤੁਸੀਂ ਸੁਣੀ ਜਾਂਦੇ ਹੋ, ਤੁਹਾਡੇ ਬੱਚੇ ਝੂਠ ਤੂਫਾਨ ਸੁਣੀ ਜਾਂਦੇ ਆ, ਤਾਂ ਝੂਠੀ ਹੋਈ ਦੁਨੀਆ ਬਣ ਜਾਣੀ ਹੈ, ਝੂਠਾ ਹੀ ਮਨ ਬਣ ਜਾਣਾ, ਝੂਠ ਹੀ ਝੂਠ ਬਣ ਜਾਣਾ। ਜੇ ਸੱਚ ਸੁਣਨ ਦੇ ਆਦੀ ਹੋ ਗਏ, ਸੱਚ ਸੁਣਨ ਦੀ ਯੁਰਤ ਰੱਖਣ ਵਾਲੇ ਹੋ ਗਏ, ਅਸੀਂ ਸੱਚੀ ਸਿੱਖਿਆ ਗੁਰਬਾਣੀ ਦੀ ਸਾਰੀ ਸਿੱਖਿਆ ਸੱਚੀ ਹੈ ਲੈਣ ਲੱਗ ਗਏ ਤਾਂ ਸੱਚ ਨੂੰ ਜਾਣ ਸਕਦੇ ਹਾਂ। ਜੇ ਸੱਚੀ ਸਿੱਖਿਆ ਲਈਏ, ਭਾਵ ਗੁਰਬਾਣੀ ਦੇ ਪਿੱਛੇ ਲੱਗੀਏ, ਲੋਕਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਨੂੰ ਛੱਡ ਦਈਏ, ਕੋਲੋਂ ਬਣਾਈਆਂ ਹੋਈਆਂ ਸਾਖੀਆਂ ਕਹਾਣੀਆਂ ਨੂੰ ਛੱਡ ਦਈਏ ਜਿਹੜੀਆਂ ਸਾਨੂੰ ਗੁਰਬਾਣੀ ਤੋਂ ਹੋਰ ਹੀ ਪਾਸੇ ਲੈ ਜਾਂਦੀਆਂ। ਸਿੱਖਿਆ ਲੈਣੀ ਆ ਤਾਂ ਸੱਚੀ ਲਈਏ, ਗੁਰਬਾਣੀ ਦੀ ਲਈਏ, ਤਾਂ ਸੱਚ ਨੂੰ ਜਾਣਿਆ ਜਾ ਸਕਦਾ। ਦਇਆ ਜਾਣੈ ਜੀ ਕੀ ਕਿਛ ਪੁੰਨ ਦਾਨ ਕਰੇ। ਜਿਹੜਾ ਸੱਚ ਦੇ ਨਾਲ ਜੁੜ ਗਿਆ ਉਹਦੇ ਮਨ ਦੇ ਵਿੱਚ ਦਇਆ ਆਉਣੀ ਜ਼ਰੂਰੀ ਹੈ ਭਾਈ। ਦਇਆ ਤੋਂ ਧਰਮ ਪੈਦਾ ਹੁੰਦਾ। ਦਇਆ ਜਾਣੈ ਜੀ ਕੀ, ਅੰਦਰਲੀ ਦਇਆ ਨੂੰ ਜਾਣੇ। ਕਿਛ ਪੁੰਨ ਦਾਨ ਕਰੇ, ਕੁਝ ਨਾ ਕੁਝ ਚੰਗਾ ਕੰਮ ਕਰੇ, ਪੁੰਨ ਦਾਨ ਵਾਲਾ ਕੰਮ ਕਰੇ। ਆਪਣੇ ਅੰਦਰ ਬਾਰੇ ਸੋਚੇ ਮਨੁੱਖ, ਆਪਣੇ ਅੰਦਰ ਨੂੰ ਪੁੰਨ ਦਾਨ ਕਰੇ। ਕਰ ਡੰਡੌਤ ਪੁੰਨ ਵੱਡਾ ਹੈ, ਕਰ ਅੰਜਲੀ ਪੁੰਨ ਵੱਡਾ ਹੈ। ਵੱਡਾ ਪੁੰਨ ਆ ਡੰਡੌਤ ਕਰ, ਗੁਰੂ ਦੇ ਅੱਗੇ ਢਹਿ ਪੈ, ਤੇ ਅੰਜਲੀ ਹੁੰਦਾ ਬੁੱਕ ਕਰਕੇ ਪਾਣੀ ਪੀ ਲਾ, ਇਹ ਪੁੰਨ ਵੱਡਾ। ਹੁਣ ਇੱਥੇ ਦਇਆ ਜਾਣੈ ਜੀ ਕੀ, ਜੇ ਆਪਣੇ ਆਪ ਦੀ ਦਇਆ ਚਾਹੁੰਨਾ ਤਾਂ ਗੁਰੂ ਸਤਿਗੁਰੂ ਦੇ ਅੱਗੇ ਪਹਿਲਾਂ ਤਾਂ ਡੰਡੌਤ ਬੰਦਨਾ ਵਾਂਗੂ ਡਿੱਗ ਪਾ, ਤੇ ਫਿਰ ਇਹ ਨਾਮ ਦਾ ਦਾਨ ਪੀ, ਅੰਮ੍ਰਿਤ ਰਸ ਪੀ। ਇਹ ਹੁੰਦਾ ਪੁੰਨ ਦਾਨ ਕਰਨਾ ਆਪਣੇ ਆਪ ਦੇ ਵਾਸਤੇ, ਆਪਣੇ ਅੰਦਰ ਦੇ ਵਾਸਤੇ। ਉਹ ਆਤਮਿਕ ਗਿਆਨ ਲੈ ਭਾਈ, ਅੰਦਰ ਤੇਰੇ ਤੜਫਣਾ ਹੋਈ ਪਈ ਹੈ। ਜਾਣਾਂਗੇ ਤਾਂ ਜੇ ਅੰਦਰ ਜਾਵਾਂਗੇ, ਅੰਦਰ ਤਾਂ ਜਾਵਾਂਗੇ ਜੇ ਗੁਰਬਾਣੀ ਨਾਲ ਜੁੜਾਂਗੇ। ਸੱਚ ਤਾਂ ਪਰ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ। ਤਾਂ ਸੱਚ ਨੂੰ ਜਾਣਿਆ ਜਾ ਸਕਦਾ ਹੈ ਜੇ ਆਤਮ ਤੀਰਥ। ਦੇਖੋ ਬਾਹਰਲੇ ਤੀਰਥਾਂ ਤੇ ਸਾਨੂੰ ਸਿੱਖਾਂ ਨੂੰ ਨਹੀਂ ਇਹ ਸਮਝਾਇਆ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਹੁਣ ਅੰਦਰਲੇ ਤੀਰਥ ਦੀ ਖੋਜ ਕਰਨੀ ਇਹ ਸਿੱਖ ਵਾਸਤੇ ਬਹੁਤ ਵੱਡੀ ਗੱਲ ਆ, ਕਿਉਂਕਿ ਹੋ ਸਕਦਾ ਬਾਹਰਲੇ ਤੀਰਥਾਂ ਤੇ ਸਾਰੇ ਨਾ ਜਾ ਸਕਦੇ ਹੋਣ, ਕਿਸੇ ਕੋਲੇ ਸਾਧਨ ਹੋਵੇ, ਕਿਸੇ ਕੋਲੇ ਨਾ ਹੋਵੇ, ਪਰ ਆਤਮ ਤੀਰਥ ਤੇ ਤਾਂ ਹਰ ਰੋਜ਼ ਅਸੀਂ, ਆਤਮਿਕ ਤੀਰਥ ਤੇ ਤਾਂ ਇਸ਼ਨਾਨ ਹਰ ਰੋਜ਼ ਕਰ ਸਕਦੇ ਹਨ। ਗਰੀਬ ਵੀ ਕਰ ਸਕਦਾ, ਅਮੀਰ ਵੀ ਕਰ ਸਕਦਾ, ਭੈਣ ਭਰਾ ਬੱਚਾ ਬਜ਼ੁਰਗ ਸਾਰੇ, ਜਦੋਂ ਇੱਥੇ ਮਨ ਦਾ ਨਿਵਾਸ ਹੋ ਗਿਆ ਇੱਥੇ ਇਸ਼ਨਾਨ ਕਰ ਲੈਣਾ। ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ, ਤਾਂ ਸੱਚ ਨੂੰ ਜਾਣਿਆ ਜਾਂਦਾ ਭਾਈ। ਸੱਚੇ ਨਾਮ ਨਾਲ ਜੁੜ ਹੁੰਦਾ ਜੇ ਆਤਮਿਕ ਤੀਰਥ ਤੇ ਮਨ ਨਿਵਾਸ ਕਰ ਲਵੇ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕੇ, ਸਤਿਗੁਰੂ ਦਾ ਗਿਆਨ ਲਵੇ। ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਗਿਆਨ ਪ੍ਰਾਪਤ ਕਰਨਾ, ਅਰਥਾਂ ਸਮੇਤ ਗੁਰਬਾਣੀ ਨੂੰ ਪੜ੍ਹਨਾ ਇੱਕ ਸਿੱਖ ਦੇ ਵਾਸਤੇ ਬਹੁਤ ਜ਼ਰੂਰੀ, ਸਿਲੇਬਸ ਦੇ ਵਾਂਗੂ ਆ। ਸਤਿਗੁਰੂ ਨੂੰ ਪੁੱਛ ਕੇ, ਹੁਣ ਬੰਦੇ ਨੂੰ ਨਾ ਪੁੱਛ, ਲੋਕਾਂ ਨੂੰ ਨਾ ਪੁੱਛ, ਪੁੱਛਣਾ ਤਾਂ ਸਤਿਗੁਰੂ ਨੂੰ ਪੁੱਛ। ਸਤਿਗੁਰੂ ਕੋ ਪੁੱਛ ਕੇ ਬਹਿ ਰਹਿ, ਮਨ ਟਿਕਾਉ ਦੇ ਵਿੱਚ ਆ ਜਾਊਗਾ। ਜਦੋਂ ਸਤਿਗੁਰੂ ਨਾਲ ਮਨ ਜੁੜੂ ਨਾ, ਮਨ ਦੀ ਭਟਕਣਾ ਖਤਮ ਹੋ ਜੂ। ਬਹਿ ਰਹੇ ਕਰੇ ਨਿਵਾਸ, ਮਨ ਆਤਮਿਕ ਤੀਰਥ ਤੇ ਨਿਵਾਸ ਕਰ ਲੈਂਦਾ ਜਿਹੜੇ ਸਤਿਗੁਰੂ ਨਾਲ ਜੁੜ ਜਾਂਦੇ ਹਨ। ਸੱਚ ਸਭ ਨਾ ਹੋਏ ਦਾਰੂ, ਸੱਚ ਸਾਰੀਆਂ ਬਿਮਾਰੀਆਂ ਦੀ ਦਾਰੂ ਆ ਭਾਈ, ਪਰ ਹੈ ਬੜੀ ਕੌੜੀ, ਲੈਣੀ ਬੜੀ ਔਖੀ ਹੈ ਦਾਰੂ। ਸੱਚ ਸਭ ਨਾ ਹੋਏ ਦਾਰੂ, ਸੱਚ ਲੈਣ ਲੱਗ ਜੋ,
ਸਾਰੇ ਹੀ ਰੋਗ ਹਟਣੇ ਸ਼ੁਰੂ ਹੋ ਜਾਣਗੇ। ਆਤਮਿਕ ਰੋਗ ਲੱਖਾਂ ਕਰੋੜਾਂ ਦੀ ਤਾਦਾਦ ਦੇ ਵਿੱਚ ਆਤਮਿਕ ਰੋਗ ਲੱਗੇ ਹੋਏ ਆ ਸਾਨੂੰ, ਤੇ ਸਾਰੇ ਖਤਮ ਹੋ ਜਾਣਗੇ ਜੇ ਸੱਚ ਦੀ ਦਵਾਈ ਲੈ ਲਾਂਗੇ। ਸੱਚ ਸਭਨਾ ਹੋਏ ਦਾਰੂ, ਤੇ ਸਭਨਾ ਦੇ ਫਿੱਟ ਬੈਠਦੇ ਆ। ਕਿਸੇ ਨੂੰ ਜਿਹੜਾ ਕੋਈ ਠੀਕ ਆ, ਜੇ ਕੋਈ ਜ਼ਿਆਦਾ ਹੀ ਹਉਮੈ ਦਾ ਸ਼ਿਕਾਰੀ ਆ, ਉਹੇ ਜਿਹਨੂੰ ਭਮਾ ਉਹ ਜਿਹੜਾ ਹੈਗਾ ਧੱਫੜ ਹੋ ਜਾਣ, ਪਰ ਨਹੀਂ ਤਾਂ ਫਿੱਟ ਸਾਰਿਆਂ ਦੇ ਹੀ ਬਹਿ ਜਾਂਦੀ ਹੈ। ਮਹਾਰਾਜ ਕਹਿੰਦੇ ਇਹ ਦਾਰੂ ਆ ਜਿਹੜੀ ਨਾ, ਇਹ ਜ਼ਰੂਰੀ ਲੈਣੀ ਬਣਦੀ ਹੈ। ਕਿਉਂ? ਕਿਉਂਕਿ ਪਾਪ ਕੱਢੈ ਧੋਏ। ਜਦੋਂ ਅੰਦਰ ਸੱਚ ਚਲਿਆ ਗਿਆ, ਜਿਵੇਂ ਅੰਦਰ ਸੱਚ ਜਾਣ ਲੱਗਿਆ, ਪਾਪ ਨੂੰ ਧੋ ਧੋ ਕੇ ਕੱਢ ਦਿੰਦਾ ਹੈ। ਜਿਵੇਂ ਮੰਨ ਲਓ ਲਾਲ ਪਾਣੀ ਹੈ, ਲਾਲ ਪਾਣੀ ਨੂੰ ਕੱਢਣਾ ਤੇ ਇਹਦੀ ਥਾਂ ਤੇ ਹਰਾ ਪਾਣੀ ਕਰਨਾ, ਕੀ ਕਰਨਾ ਪਏਗਾ? ਲਾਲ ਪਾਣੀ ਦੇ ਵਿੱਚ ਹਰਾ ਪਾਣੀ ਪਾਉਣਾ ਸ਼ੁਰੂ ਕਰ ਦਿਓ। ਹਰਾ ਪਾਣੀ ਪਾਉਣਾ ਸ਼ੁਰੂ ਕਰ ਦਿਓ, ਹੌਲੀ 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 ਉਹ ਲਾਲ ਸਾਰਾ ਨਿਕਲ ਜੂ ਤੇ ਹਰਾ ਪਾਣੀ ਦਿਸਣ ਲੱਗ ਜੂ ਜੱਗ ਦੇ ਵਿੱਚ। ਇਸੇ ਤਰ੍ਹਾਂ ਸੱਚ ਲੈਣ ਲੱਗ ਜਾਓ, ਸੱਚੀ ਬਾਣੀ ਨਾਲ ਜੁੜ ਜਾਓ। ਹੌਲੀ 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 ਇਹ ਸਾਰਾ ਪਾਪ ਆ ਜਿਹੜਾ ਲਾਲ ਪਾਣੀ, ਇਹ ਕੱਢੈ ਧੋਏ, ਧੋ ਧੋ ਕੇ ਸਤਿਗੁਰੂ ਕੱਢ ਦਿੰਦੇ ਹਨ। ਨਾਨਕ ਬਖਾਣੈ ਬੇਨਤੀ ਜਿਨ ਸੱਚ ਪੱਲੇ ਹੋਏ। ਜਿਨ੍ਹਾਂ ਦੇ ਪੱਲੇ ਸੱਚ ਆ ਭਾਈ, ਗੁਰੂ ਨਾਨਕ ਬਾਬਾ ਜੀ ਕਹਿੰਦੇ ਬਸ ਉਹੀ ਬੰਦੇ ਆ, ਉਹੀ ਸੰਸਾਰ ਤੇ ਆਏ ਆ। ਝੂਠ ਫਾਨ ਤਾਂ ਦੁਨੀਆ ਬਹੁਤ ਆ, ਬਸ ਜਿਹੜਾ ਇਹ ਝੂਠੀ ਦੁਨੀਆ ਦੇ ਵਿੱਚੋਂ ਸੱਚ ਨੂੰ ਲੱਭ ਗਿਆ ਨਾ, ਬਸ ਉਹ ਤਰ ਗਿਆ ਸਮਝ ਲਓ। ਇਸ ਤਰ੍ਹਾਂ ਕਹਿ ਲਈਏ ਵੀ ਝੂਠ ਦੇ ਵਿੱਚ ਸੱਚ ਰੁਲਿਆ ਹੋਇਆ। ਲੱਭਣ ਵਾਲੀ ਅੱਖ ਆ ਜਿਹੜੀ, ਉਹ ਸੱਚ ਨੂੰ ਲੱਭ ਲੈਂਦੀ ਹੈ। ਜਿਹਨੇ ਸੱਚ ਨੂੰ ਲੱਭ ਲਿਆ ਉਹ ਸਮਝ ਲਓ ਕਾਮਯਾਬ ਆ। ਜਾਂ ਆਪਾਂ ਐਂ ਕਹਿ ਲਈਏ ਵੀ ਨਾਮ ਵੀ ਲੱਭਣ ਵਾਲੀ ਚੀਜ਼ ਆ, ਸੱਚ ਵੀ ਲੱਭਣ ਵਾਲੀ ਚੀਜ਼ ਆ। ਹੈ ਮਨੁੱਖ ਦੇ ਅੰਦਰ ਹੀ ਪਤਾ ਮਨੁੱਖ ਨੂੰ ਹੈ, ਪਰ ਇੱਕ ਭੁਲੇਖਾ ਪਿਆ ਹੋਇਆ। ਕਿਸ ਤਰ੍ਹਾਂ? ਜਿਵੇਂ ਆਪਾਂ ਪਹਿਲਾਂ ਛੋਟੇ ਹੁੰਦੇ ਸੀ, ਭਾਬੀ ਦੇ ਔਰ ਖੇਡਦੇ ਹੁੰਦੇ ਸੀ, ਇੱਕ ਪੱਤਾ ਲੁਕੋ ਦੇਣਾ ਅਗਲੇ ਨੂੰ ਦਿਖਾ ਕੇ ਵੀ ਆਹ ਪੱਤਾ ਭਾਈ ਇੱਥੇ ਪਿਆ। ਉਦੋਂ ਬਾਅਦ ਉਹਦੀਆਂ ਅੱਖਾਂ ਬੰਨ੍ਹ ਦੇਣੀਆਂ, ਅੱਖਾਂ ਬੰਨ੍ਹ ਕੇ ਉਹਨੂੰ ਘੁਮਾ ਦੇਣਾ, ਘੁੰਮ ਗਿਆ, ਫਿਰ ਪਤਾ ਨਹੀਂ ਲੱਗਦਾ ਸੀ ਵੀ ਪੱਤਾ ਕਿੱਥੇ ਆ। ਆਹੀ ਸਾਡੇ ਨਾਲ ਹੋਈ ਹੋਈ ਆ। ਪਰਮਾਤਮਾ ਸਾਡੇ ਅੰਦਰ ਹੀ ਆ, ਬਹੁਤ ਔਖਾ ਵੀ ਨਹੀਂ ਹੈ, ਪਰ ਮਾਇਆ ਦੀ ਘੁੰਮਣ ਘੇਰੀ ਦੇ ਵਿੱਚ ਮਾਇਆ ਨੇ ਸਾਡੀਆਂ ਹਉਮੈ ਨੇ ਅੱਖਾਂ ਬੰਨੀਆਂ ਹੋਈਆਂ। ਜਿੱਦੇ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਥਾਂ। ਜਿੱਦੇ ਸੱਚ ਅੰਦਰ ਜਾਣ ਲੱਗ ਗਿਆ, ਉਹਦੇ ਹਉਮੈ ਨਿਕਲਣੀ ਸ਼ੁਰੂ ਹੋ ਜੂ। ਜਿੱਦੇ ਨਾਮ ਅੰਦਰ ਜਾਣ ਲੱਗ ਗਿਆ, ਜਦੋਂ ਨਾਮ ਅੰਦਰ ਚਲਿਆ ਗਿਆ ਤਾਂ ਸਾਰੀਆਂ ਹੀ ਅੱਖਾਂ ਖੁੱਲ੍ਹ ਜਾਣਗੀਆਂ, ਸਾਰਾ ਕੁਝ ਹੀ ਦਿਸਣ ਲੱਗ ਜਾਏਗਾ। ਮੋਤੀਆ ਬਿੰਦ ਨਹੀਂ ਹੁੰਦਾ ਜਿਵੇਂ ਅੱਖਾਂ ਤੇ ਆਇਆ ਹੁੰਦਾ, ਡਾਕਟਰ ਉਹ ਮੋਤੀਆ ਬਿੰਦ ਨੂੰ ਲਾ ਦਿੰਦੇ, ਅਗਲਾ ਕਹਿੰਦਾ ਮੈਨੂੰ ਬੜਾ ਦੂਰ ਤੱਕ ਦਿਸਣ ਲੱਗ ਗਿਆ। ਇਸੇ ਤਰ੍ਹਾਂ ਸਾਡੀਆਂ ਮਨ ਤੇ ਬੁੱਧ ਰੂਪੀ ਅੱਖਾਂ ਦੇ ਉੱਪਰ ਹਉਮੈ ਦਾ ਮੋਤੀਆ ਬਿੰਦ, ਲਾਲਚ ਦਾ, ਵਿਕਾਰਾਂ ਦਾ ਆਇਆ ਹੋਇਆ। ਸਤਿਗੁਰੂ ਨੇ ਆਪਰੇਸ਼ਨ ਕਰ ਦੇਣਾ, ਫਿਰ ਸਾਨੂੰ ਬੜੀ ਦੂਰ ਤੱਕ ਦਿਸਣ ਲੱਗ ਜਾਣਾ। ਭਾਵ ਆਪਣੇ ਆਤਮਿਕ ਜੀਵਨ ਦਾ ਪਤਾ ਲੱਗਣ ਲੱਗ ਜਾਣਾ ਕਿ ਮੈਂ ਸੱਚ ਦੇ ਰਸਤੇ 'ਤੇ ਜਾ ਰਿਹਾ ਜਾਂ ਮੈਂ ਝੂਠ ਦੇ ਰਸਤੇ 'ਤੇ ਜਾ ਰਿਹਾ। ਝੂਠ ਦੇ ਰਸਤੇ ਨੂੰ, ਝੂਠ ਨੂੰ ਛੱਡ ਕੇ ਸੱਚ ਨਾਲ ਜੁੜਨਾ, ਇਹੀ ਸਭ ਤੋਂ ਵੱਡੀ ਕਰਾਮਾਤ ਹੈ ਜੀ। ਪੌੜੀ ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਐ। ਦਾਨ ਕੀ ਹੈ? ਦਾਨ ਮੇਰੇ ਵਾਸਤੇ, ਦਾਨ ਜੋ ਸਾਰੇ ਸੁਣਨ ਵਾਲੇ ਜਾਂ ਮੇਰੇ ਵਾਸਤੇ, ਮੈਂ ਆਪਣੇ ਆਪ 'ਤੇ ਟਿਕਾਵਾਂ ਪਹਿਲਾਂ ਤਾਂ, ਫਿਰ ਜਿਹੜੇ ਸੁਣਦੇ ਆਪਣੇ ਆਪ 'ਤੇ ਟਿਕਾਉਣ ਵੀ ਜਿਹੜਾ ਦਾਨ ਆ ਇਹ ਕੀ ਹੈ। ਦਾਨ ਮਹੰਡਾ ਤਲੀ ਖਾਕ, ਤੇਰੀ ਚਰਨ ਧੂੜ ਹੈ ਪ੍ਰਮਾਤਮਾ ਮੇਰੇ ਵਾਸਤੇ ਦਾਨ ਆ। ਹੁਣ ਚਰਨ ਧੂੜ ਕੀ ਹੈ? ਚਰਨ ਧੂੜ ਆ ਗੁਰੂ ਦੇ ਉਪਦੇਸ਼, ਜੋ ਪ੍ਰਮਾਤਮਾ ਦੇ ਉਪਦੇਸ਼ ਸਤਿਗੁਰੂ ਰਾਹੀਂ ਸਾਨੂੰ ਸੁਣਾਏ ਜਾ ਰਹੇ ਆ। ਇਹ ਸਾਡੇ ਵਾਸਤੇ ਦਾਨ ਦਾ ਕੰਮ ਕਰਦੇ ਆ, ਸਾਡੇ ਵਾਸਤੇ ਪੁੰਨ ਦਾ ਕੰਮ ਕਰਦੇ ਆ। ਮੈਂ ਤਾਂ ਚਰਨ ਧੂੜ ਬਣ ਕੇ ਨਿਮਰਤਾ ਦੇ ਵਿੱਚ ਆ ਕੇ ਇਸ ਚਰਨ ਧੂੜ ਨੂੰ, ਭਾਵ ਇਸ ਆਤਮਿਕ ਗਿਆਨ ਨੂੰ ਲੈਣਾ ਤੇ ਮਸਤਕ ਦੇ ਨਾਲ ਇਸ ਆਤਮ ਗਿਆਨ ਨੂੰ ਲਾਉਣਾ। ਜਿਹੜਾ ਗਿਆਨ ਗੁਰਬਾਣੀ ਤੋਂ ਮਿਲਦਾ ਕਿੱਥੇ ਲੱਗਦਾ? ਮਸਤਕ ਦੇ ਵਿੱਚ। ਮਸਤਕ ਖੁੱਲ੍ਹਦਾ, ਸਾਡਾ ਖੁੱਲ੍ਹਣਾ ਸ਼ੁਰੂ ਹੋ ਜਾਂਦਾ। ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲਖ ਧਿਆਈਐ। ਅਸਲ ਦਾਨ ਕੀ ਹੈ? ਆ ਸੱਚ ਦਾ, ਨਾਮ ਦਾ। ਕੂੜਾ ਲਾਲਚ ਛੱਡੀਐ। ਜ਼ਿਆਦੇ ਦੁਨੀਆਦਾਰੀ ਆ ਜਿਹੜੀ ਕੂੜੇ ਲਾਲਚ ਦੇ ਵਿੱਚ ਲੱਗੀ ਹੋਈ ਹੈ। ਜ਼ਿਆਦਾਤਰ ਧਰਮ ਦੇ ਵਿੱਚ ਵੀ, ਕਿਉਂਕਿ ਮੇਰਾ ਤਜਰਬਾ ਬਹੁਤ ਆ, ਦੂਜੀ ਦੁਨੀਆ ਨੂੰ ਤਾਂ ਆਪਾਂ ਵਿਚਾਰਿਆਂ ਨੂੰ ਤਾਂ ਮੈਂ ਵਿਚਾਰੇ ਕਹਿੰਦਾ ਹੁੰਦਾ, ਅਸਲ ਕਸੂਰ ਆ ਧਰਮੀ ਲੋਕਾਂ ਦਾ, ਉਹਨਾਂ 'ਚੋਂ ਵੀ ਮੁਖੀਆਂ ਦਾ।
ਜਿਹੜੇ ਨਾ ਸੱਚ ਨਾਲ ਆਪ ਜੁੜੇ ਤੇ ਨਾ ਸੱਚ ਗਾਂਹ ਸੁਣਾਉਣ ਦੀ ਉਹਨਾਂ ਨੇ ਗੱਲ ਕੀਤੀ, ਕਿਉਂਕਿ ਖੁਦ ਝੂਠ ਨਾਲ ਜੁੜੇ ਹੋਏ ਆ। ਤੇ ਮਹਾਰਾਜ ਸਮਝਾ ਰਹੇ ਨੇ ਕੂੜਾ ਲਾਲਚ ਛੱਡੀਏ। ਇਹ ਲਾਲਚ ਨੂੰ, ਕੂੜ ਨੂੰ ਛੱਡ ਦੇ। ਅਸੀਂ ਕੀ ਕਰਦੇ ਹਾਂ, ਛੱਡਣਾ ਤਾਂ ਕੂੜਾ ਲਾਲਚ ਸੀ। ਅਸੀਂ ਲਾਲਚ ਦੇ ਮਾਰੇ ਪਿੰਡ ਹੀ ਛੱਡ ਦਿੰਦੇ ਹਾਂ। ਧਰਮੀ ਹੁੰਦੇ ਆ ਪਿੰਡ 'ਚ ਨਹੀਂ, ਬਹੁਤ ਘੱਟ ਲੋਕ ਆ ਜਿਹੜੇ ਪਿੰਡ 'ਚ ਧਰਮੀ ਹੋਣਗੇ, ਬਹੁਤ ਘੱਟ। ਤੇ ਨਹੀਂ ਤਾਂ ਪਿੰਡ ਹੀ ਛੱਡ ਕੇ ਕਿਤੇ ਨਾ ਕਿਤੇ ਦਾ ਲੱਗ ਜਾਂਦਾ, ਉੱਥੇ ਲਾ ਲੈਂਦੇ ਹਾਂ ਦਾ, ਉੱਥੇ ਲਾ ਕੇ ਬਹਿ ਜਾਂਦੇ ਹਾਂ ਵੱਡੇ ਬਣ ਕੇ। ਤੇ ਬਸ ਉਹ ਝੂਠੀ ਦੁਨੀਆ, ਝੂਠ ਹੀ ਬਣਾ ਕੇ ਸਾਰਾ ਸੱਚ ਦੇ ਥਾਂ 'ਤੇ ਵੀ ਜਿੱਥੋਂ ਸੱਚ ਦੀ ਪ੍ਰਾਪਤੀ ਹੋਣੀ ਸੀ, ਜਿਹੜੀ ਯੂਨੀਵਰਸਿਟੀ 'ਚੋਂ ਪੜ੍ਹਾਈ ਪ੍ਰਾਪਤ ਹੋਣੀ ਸੀ, ਜੇ ਉੱਥੋਂ ਹੀ ਹੋਰ ਪੁੱਠੀਆਂ ਸਿੱਧੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ, ਜਿੱਥੋਂ ਸਾਡੇ ਕਪਾਟ ਖੁੱਲ੍ਹਣੇ ਸੀ, ਜਿਹੜੇ ਗੁਰੂ ਘਰਾਂ ਦੇ ਵਿੱਚੋਂ ਸਾਨੂੰ ਅਕਲ ਆਉਣੀ ਸੀ, ਮੱਤ ਆਉਣੀ ਸੀ, ਵਹਿਮ ਭਰਮ ਦੂਰ ਹੋਣੇ ਸੀ, ਅਸੀਂ ਏਕਤਾ ਵੱਲ ਨੂੰ ਜਾਣਾ ਸੀ, ਅਸੀਂ ਨਾਮ ਵੱਲ ਨੂੰ ਜਾਣਾ ਸੀ, ਅਸੀਂ ਸੱਚ ਵੱਲ ਨੂੰ ਜਾਣਾ ਸੀ, ਅਸੀਂ ਚੰਗੇ ਕਰਮਾਂ ਵੱਲ ਨੂੰ ਜਾਣਾ ਸੀ, ਚੰਗੇ ਕੰਮਾਂ ਵੱਲ ਨੂੰ ਜਾਣਾ ਸੀ। ਅਸੀਂ ਝੂਠੇ ਮੁਖੀ ਬਣਾ ਬੈਠੇ ਤੇ ਉਹ ਆਪ ਵੀ ਲਾਲਚ ਦੇ ਵਿੱਚ ਅਤੇ ਸਾਨੂੰ ਵੀ ਲਾਲਚੀ ਬਣਾ ਦਿੱਤਾ। ਜ਼ਿਆਦਾਤਰ ਧਰਮੀ ਅੱਜ ਕੱਲ੍ਹ ਲਾਲਚੀ ਹੁੰਦੇ ਆ, ਪੈਸੇ ਤੋਂ ਬਿਨਾਂ ਕੋਈ ਗੱਲ ਕਰਕੇ ਰਾਜੀ ਨਹੀਂ ਹੈ। ਦਰਅਸਲ ਇਹ ਜਿਹੜੀ ਕਹਿੰਦੇ ਆ ਸੇਵਾਦਾਰ ਹਾਂ, ਅਸੀਂ ਸੇਵਾਦਾਰ ਹਾਂ ਜੀ, ਅਸੀਂ ਧਰਮੀ ਬਣ ਗਏ। ਧਰਮੀ ਬਣ ਗਏ ਤੇ ਕੀ ਕਮਾਇਆ ਤੇ ਕੀ ਗਵਾਇਆ। ਹੁਣ ਇੱਕ 10 ਗੁਰੂਆਂ ਨੂੰ ਲਾ ਲਈਏ, ਬੰਦਾ ਬਹਾਦਰ ਤੱਕ ਦੇਖ ਲਈਏ, ਬਚਿਆ ਕੁਛ? ਜਿਹੜੇ ਧਰਮੀ ਬਣੇ ਕੁਝ ਬਚਿਆ ਜਿਹੜੇ ਸੱਚ ਦੇ ਰਸਤੇ 'ਤੇ ਚੱਲੇ? ਸਾਨੂੰ 5 ਕੁ ਸਾਲ ਹੋ ਗਏ ਜੀ ਧਰਮੀ ਬਣਿਆ ਨੂੰ, ਪੈ ਗਈਆਂ ਕੋਠੀਆਂ, ਆ ਗਈਆਂ ਗੱਡੀਆਂ ਥੱਲੇ। ਅਸੀਂ ਕਮਾਇਆ ਤੇ ਸਾਡੇ ਪੁਰਖਿਆਂ ਨੇ ਗਵਾਇਆ। ਇਹਦਾ ਮਤਲਬ ਉਹ ਸੱਚ ਸੀ ਤੇ ਅਸੀਂ ਆਟੋਮੈਟਿਕ ਹੀ ਝੂਠ ਆ। ਕੂੜਾ ਲਾਲਚ ਛੱਡੀਐ, ਛੱਡ ਦੋ ਭਾਈ, ਛੱਡ ਦੋ। ਬਚਣਾ ਤਾਂ ਛੱਡ ਦੋ, ਕੂੜਾ ਲਾਲਚ ਛੱਡੀਐ। ਹੋਏ ਇੱਕ ਮਨ ਅਲਖ ਧਿਆਈਐ। ਇੱਕ ਮਨ ਹੋ ਕੇ, ਇੱਕ ਮਨ ਤੋਂ ਕਿਹਨੂੰ ਧਿਆਉਣਾ? ਅਲਖ ਨੂੰ। ਅਲਖ ਕੌਣ ਆ? ਜਿਹੜਾ ਲਖਿਆ ਨਹੀਂ ਜਾਂਦਾ, ਜਿਹੜਾ ਦਿਸਦਾ ਨਹੀਂ। ਹੁਣ ਅਸੀਂ ਦਿਸਦੇ ਦੀ ਪੂਜਾ, ਕਿਰਤ ਦੀ ਪੂਜਾ ਕਰੀ ਜਾਂਦੀ ਹੈ। ਕਿਰਤ ਨੇ ਕਰਤੇ ਦੀ ਪੂਜਾ ਕਰਨੀ ਸੀਗੀ। ਕਿਰਤ ਨੇ ਕਰਤੇ ਨਾਲ ਜੁੜਨਾ ਸੀ। ਕਿਰਤ ਨਾਲ ਹੀ ਜੁੜੀ ਪਈ ਹੈ, ਬੰਦਿਆਂ ਨਾਲ ਹੀ ਜੁੜੇ ਪਏ ਆ। ਉਹ ਰੱਬ ਨਾਲ, ਪਰਮਾਤਮਾ ਨਾਲ ਤਾਂ ਜੁੜਦੇ ਹੀ ਨਹੀਂ। ਅਲਖ ਵੱਲ ਨੂੰ ਤਾਂ ਕੋਈ ਜਾਂਦਾ ਹੀ ਨਹੀਂ। ਅਲਖ ਧਿਆਈ ਹੈ। ਮਹਾਰਾਜ ਕਹਿੰਦੇ, ਗੁਰੂ ਪਾਤਸ਼ਾਹ ਸਮਝਾ ਰਹੇ ਹਨ, ਇਹ ਸਾਰਾ ਲਾਲਚ ਛੱਡ ਕੇ, ਝੂਠ-ਬਨ ਛੱਡ ਕੇ, ਕਰਮ ਕਾਂਡ ਛੱਡ ਕੇ ਇੱਕ ਪਰਮਾਤਮਾ ਨੂੰ ਧਿਆਨ ਦੇ ਵਿੱਚ ਵਸਾਓ ਭਾਈ। ਫਲਤ ਵੇਹੋ ਪਾਈਐ, ਜਵੇਹੀ ਕਾਰ ਕਮਾਈਐ। ਤੇ ਇੱਕ ਹੋਰ ਅੱਗੇ ਸੱਚ ਆ। ਜੇ ਅਸੀਂ ਸੱਚ ਨਾਲ ਜੁੜ ਜਾਵਾਂਗੇ, ਫਿਰ ਕੰਮ ਉਹੋ ਜਿਹੇ ਸੱਚੇ ਕਰਾਂਗੇ ਤੇ ਉਹੋ ਜਿਹਾ ਸਾਨੂੰ ਫਲ ਪ੍ਰਾਪਤ ਹੋ ਜੂ। ਫਲ ਤਵੇਹੋ ਪਾਈਐ, ਜਵੇਹੀ ਕਾਰ ਕਮਾਈਐ। ਜਿਹੋ ਜਿਹੇ ਭਾਈ ਤੁਸੀਂ ਕੰਮ ਕਰੋਗੇ, ਉਹੋ ਜਿਹਾ ਫਲ ਪ੍ਰਾਪਤ ਹੋ ਜਾਊਗਾ। ਜੇ ਤਾਂ ਝੂਠੇ ਬੰਦਿਆਂ ਨੂੰ ਆਪਾਂ ਉੱਤੇ ਲੈ ਆਵਾਂਗੇ ਤਾਂ ਸਾਡੇ ਧਰਮ ਦਾ ਨੁਕਸਾਨ ਦੀਂਦਾ ਹੀ ਆ। ਥੱਲੇ ਲੱਗ ਗਏ, ਐਨ ਜੜ 'ਚ ਪਹੁੰਚ ਗਏ ਆ। ਸਿੱਖੀ ਦੀ ਤਾਂ ਕੋਈ ਗੱਲ ਹੀ ਨਹੀਂ ਕਰਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਗੱਲ ਡਰ ਕੇ ਹੁੰਦੀ ਆ। ਜਿਹੜੇ ਅਸਲੀ ਕਥਾਕਾਰ ਆ ਨਾ, ਇਹ ਸਭ ਜਾਣਦੇ ਆ, ਸਾਰੀਆਂ ਗੱਲਾਂ ਨੂੰ ਜਾਣਦੇ ਆ। ਮੈਂ ਤਾਂ ਇਹੀ ਕਹਿੰਦਾ ਵੀ ਕਥਾਕਾਰ ਤੇ ਕੀਰਤਨ ਵਾਲੇ ਜਿਹੜੇ ਲੋਕਾਂ ਨੂੰ ਸੁਣਾਉਂਦੇ ਆ ਕੁਝ ਨਾ ਕੁਝ, ਜੇ ਇਹ ਚੰਗੇ ਹੋ ਜਾਣ ਨਾ ਤੇ ਸਾਰਾ ਕੁਝ ਹੀ ਚੰਗਾ ਹੋ ਜੂ। ਇੱਥੋਂ ਹੀ ਸ਼ੁਰੂਆਤ ਹੁੰਦੀ ਹੈ। ਜਦੋਂ ਹੁਣ ਅਸੀਂ ਹੀ ਮਾਇਆ ਦੇ ਵਿੱਚ ਫਸੇ ਹੋਏ ਹਾਂ ਤੇ ਅਸੀਂ ਮਾਇਆਵਾਦੀ ਕੋਈ ਗੱਲਾਂ ਕਰਨੀਆਂ, ਉਹੋ ਜਿਹੀ ਗਾਂਹ ਫਿਰ ਫਲ ਮਿਲਣਾ। ਫਲ ਵੀ ਆਪਣੇ ਸਾਹਮਣੇ ਹੀ ਆ, ਕੋਈ ਲੁੱਕ ਲਪੇਟ ਵਾਲੀ ਗੱਲ ਨਹੀਂ ਹੈ। ਚੰਗਾ ਮੁਖੀ ਬਣਾ ਕੇ ਦੇਖ ਲਓ, 10 ਸਾਲਾਂ ਦੇ ਵਿੱਚ ਦੀ ਜਿਹੜਾ ਤੁਹਾਡਾ ਕੋਈ ਸਥਾਨ ਆ, ਕੋਈ ਵੀ ਹੈ, ਸਵਰਗ ਬਣ ਜੂ। ਮਾੜਾ ਬਣਾ ਕੇ ਦੇਖ ਲਓ, ਉਸੇ ਨੂੰ ਹੀ ਨਰਕ ਬਣਾ। ਸਾਡੇ ਨਾਲ ਹੋਇਆ ਕਿ ਆਹੀ ਕੁਛ ਹੋਈ ਜਾਂਦਾ। ਸੱਚ ਧਰਮ, ਸੱਚ ਧਰਮੀ ਦਾ ਅਰਥ ਹੈ ਸੱਚਾ। ਧਰਮੀ ਹੋ ਜਾਣਾ ਮਤਲਬ ਸੱਚੇ ਹੋ ਜਾਣਾ। ਪਰ ਆਪਣੇ ਤਾਂ ਬਹੁਤ ਕੁਝ ਚੱਲ ਰਿਹਾ। ਮਹਾਰਾਜ ਦੀ ਬਾਣੀ ਕੀ ਸਮਝਾ ਰਹੀ ਹੈ, ਫਿਰ ਫਲ ਕੀ ਪਾਲਾਂਗੇ? ਫਲ ਤਵੇਹੋ ਪਾਈਐ, ਜਵੇਹੀ ਕਾਰ ਕਮਾਈਐ। ਜੇ ਤਾਂ ਝੂਠ ਨਾਲ ਜੁੜ ਜਾਾਂਗੇ ਤਾਂ ਦੁਨੀਆ ਤੋਂ ਉਹੋ ਜਿਹਾ ਫਲ ਪਾਓਗੇ ਭਾਈ, ਦੁਖੀ ਰਹੋਗੇ, ਬਰਬਾਦੀ ਹੋਊਗੀ, ਸਾਰੇ ਹੀ ਮਾੜੇ ਕਾਰਜ ਹੋਣਗੇ। ਜੇ ਸੱਚ ਨਾਲ ਜੁੜ ਜਾਵਾਂਗੇ, ਗੁਰਬਾਣੀ ਨਾਲ ਜੁੜ ਜਾਵਾਂਗੇ, ਨਾਮ ਨਾਲ ਜੁੜ ਜਾਵਾਂਗੇ ਤਾਂ ਚੰਗਾ ਮੁਕਤੀ ਰੂਪੀ ਫਲ ਪ੍ਰਾਪਤ ਹੋਵੇਗਾ। ਤੇ ਜੇ ਜੁੜੇ ਰਹਾਂਗੇ ਝੂਠ ਨਾਲ, ਫਿਰ ਆਵਾਗਾਉਣ ਰੂਪੀ ਫਲ ਪ੍ਰਾਪਤ ਹੋਵੇਗਾ। ਹੁਣ ਮਰਜ਼ੀ ਆਪਣੀ ਹੈ, ਦੋਨੋਂ ਚੀਜ਼ਾਂ ਅਵੇਲੇਬਲ ਆ ਸੰਸਾਰ ਦੇ ਵਿੱਚ। ਸੱਚ ਵੀ ਹੈ,
ਝੂਠ ਵੀ ਹੈ। ਆਹੀ ਮਨੁੱਖ ਦੀ ਕਲਾਕਾਰੀ ਹੈ ਕਿ ਮਨੁੱਖ ਸੱਚ ਨਾਲ ਜੁੜਦਾ ਕਿ ਝੂਠ ਨਾਲ ਜੁੜਦਾ। ਸਤਿਗੁਰੂ ਸਾਡੇ ਸਾਹਮਣੇ ਆ, ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ ਸਾਰੀ ਬਾਣੀ ਸਿੱਖਿਆ ਦੇ ਰਹੀ ਹੈ, ਪਰ ਅਸੀਂ ਜੁੜਦੇ ਹਾਂ ਕਿ ਨਹੀਂ ਜੁੜਦੇ ਇਹ ਸਾਡੇ ਤੇ ਡਿਪੈਂਡ ਕਰਦਾ ਭਾਈ। ਉਹੋ ਜਿਹਾ ਫਲ ਪਾਲਾਂਗੇ। ਫਲ ਤਵੇਹੋ ਪਾਈਐ ਜੋ ਵੇਹੀ ਕਾਰ ਕਮਾਈਐ। ਜੇ ਹੋਵੈ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈ ਐ, ਮਤ ਥੋੜੀ ਸੇਬ ਗਵਾਈ ਐ। ਜੇ ਹੋਵੈ ਪੂਰਬ ਲਿਖਿਆ, ਜੇ ਪੂਰਬਲੇ ਕਰਮਾਂ 'ਚ ਲਿਖਿਆ ਹੋਵੇ ਤਾਂ ਧੂੜ ਤਿੰਨਾਂ ਦੀ ਪਾਈ ਹੈ। ਉਹਨਾਂ ਦੀ ਗੁਰਮੁਖ ਪਿਆਰਿਆਂ ਦੀ ਧੂੜ ਚਰਨ ਧੂੜ ਪ੍ਰਾਪਤ ਹੁੰਦੀ ਹੈ। ਮਤ ਥੋੜੀ ਸੇਵ ਗਵਾਈ ਹੈ। ਮਤ ਥੋੜੀ ਦੇ ਨਾਲ ਮਨੁੱਖ ਆਪਣੀ ਸੇਵਾ ਵੀ ਇੱਥੋਂ ਗਵਾ ਕੇ ਚਲਿਆ ਜਾਂਦਾ ਹੈ। ਹਉਮੈ ਵਿੱਚ ਸੇਵ ਨਾ ਹੋਵੇ, ਆਪਣਾ ਪੈਸਾ ਵੀ ਬਰਬਾਦ ਕਰਦਾ, ਆਪਣਾ ਸਮਾਂ ਵੀ ਬਰਬਾਦ ਕਰਦਾ, ਪਰ ਬਣਦਾ ਬਣਾਉਂਦਾ ਕੱਖ ਨਹੀਂ। ਉਲਟੀ ਹਉਮੈ ਆ ਜਾਂਦੀ ਆ ਵੀ ਮੈਂ ਬਹੁਤ ਵੱਡਾ ਸੇਵਾਦਾਰ ਹਾਂ। ਕਿਉਂ? ਕਿਉਂਕਿ ਮਤ ਨਹੀਂ ਲਈ, ਅਕਲ ਨਹੀਂ ਲਈ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ ਤੇ ਅਕਲੀ ਕੀਚੈ ਦਾਨ। ਅਕਲ ਹੋਊ ਤਾਂ ਸਭ ਕੁਝ ਚੰਗਾ, ਅਕਲ ਨਾ ਹੋਊ, ਮਤ ਥੋੜੀ ਹੋਊ ਤਾਂ ਸਾਰਾ ਕੁਝ ਹੀ ਗਵਾਚ ਗਿਆ। ਸਮਝ ਲਓ ਮਤ ਥੋੜੀ ਸੇਵ ਗਵਾਈ ਹੈ। ਇੱਕ ਹੁਣ ਹੈਗਾ ਜੇ ਹੋਵੇ ਪੂਰਬ ਲਿਖਿਆ, ਇਹ ਸ਼ਰਤ ਲੱਗ ਗਈ ਇੱਕ। ਹੁਣ ਇਹ ਧਿਆਨ ਨਹੀਂ ਕਰਨਾ ਕਿ ਮੇਰੇ ਪੂਰਬ 'ਚ ਲਿਖਿਆ ਨਹੀਂ ਹੈ। ਪੂਰਬਲੇ ਕਰਮ ਵੀ ਸਮਝ ਲਓ ਕੀ ਹੁੰਦੇ ਆ, ਕਿਵੇਂ ਲਿਖਿਆ ਜਾਂਦਾ। ਇਹ ਖੁਦ ਲਿਖਣਾ। ਕਰਨੀ ਕਾਗਦ ਮਨ ਮਸਬਾਣੀ, ਬੁਰਾ ਭਲਾ ਦੋਏ ਲੇਖ ਪਏ। ਪੂਰਬਲੇ ਕਰਮਾਂ ਦੇ ਵਿੱਚ ਪਰਮਾਤਮਾ ਨੇ ਜਨਮ ਹੀ ਆਪਣੇ ਮਿਲਾਪ ਵਾਸਤੇ ਦਿੱਤਾ। ਭਈ ਪ੍ਰਾਪਤ ਮਾਨਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਇਹ ਕਿਸੇ ਇੱਕ ਨੂੰ, ਦੋ ਨੂੰ, ਚੌਂ ਨੂੰ, ਛੇਆਂ ਨੂੰ, ਦਸਾਂ ਨੂੰ ਨਹੀਂ ਕਿਹਾ, ਸਾਰਿਆਂ ਵਾਸਤੇ ਆ। ਤੈਨੂੰ ਜੀਵਨ ਦੇਤਾ ਤਾਂ ਪ੍ਰਮਾਤਮਾ ਨੇ ਤੇਰੇ ਤੇ ਕਿਰਪਾ ਕਰ ਦਿੱਤੀ, ਹੁਣ ਆਪਣੇ ਨਾਲ ਮਿਲਾਉਣਾ। ਹੁਣ ਇੱਥੇ ਭੁੱਲ ਨਾ ਜਾਈ, ਮਾਇਆ ਦੇ ਵਿੱਚ ਨਾ ਭੁੱਲ ਜੀ। ਮਾਇਆ 'ਚੋਂ ਕੱਢਣ ਵਾਸਤੇ ਵੀ ਸਤਿਗੁਰੂ ਦੇ ਦਿੱਤਾ, ਪਰ ਸਤਿਗੁਰੂ ਦੇ ਨਾਲ ਅਸੀਂ ਜੁੜਦੇ ਨਹੀਂ, ਇਸ ਕਰਕੇ ਫਸ ਜਾਂਦੇ ਹਾਂ। ਹੁਣ ਪੂਰਬਲਾ ਕਰਮ ਸਾਰਿਆਂ ਦਾ ਲਿਖਿਆ ਹੋਇਆ ਤੇ ਪਰ ਉਹਦੇ ਤੇ ਧੂੜ ਮਿੱਟੀ ਜੰਮੀ ਆ। ਧੂੜ ਮਿੱਟੀ ਆ ਜਿਹੜੀ, ਉਹਨੂੰ ਅਸੀਂ ਆਪਣੀ ਮਿਹਨਤ ਨਾਲ, ਨਾਮ ਨਾਲ ਉਹਨੂੰ ਖਤਮ ਕਰਨਾ ਤੇ ਅੰਦਰਲਾ ਪੂਰਬਲਾ ਕਰਮ ਕੱਢ ਲੈਣਾ। ਜਾਂ ਇਸ ਤਰ੍ਹਾਂ ਕਹਿ ਲਈਏ ਵੀ ਪੂਰਬਲਾ ਕਰਮ ਅੱਜ ਤੋਂ ਪਹਿਲਾਂ, ਜੋ ਹੁਣ ਦਾ ਹੁਣ ਸਮਾਂ ਆਪਾਂ ਬੈਠੇ ਗੱਲਬਾਤ ਕਰ ਰਹੇ ਹਾਂ, ਇਦੋਂ ਪਹਿਲਾਂ ਕੱਲ੍ਹ ਕੀ ਸੀ ਮੇਰਾ ਪੂਰਬ। ਜੇ ਮੰਨ ਲਓ ਮੈਂ ਅੱਜ ਤੋਂ 15 ਕੁ ਸਾਲ ਹੋ ਗਏ ਮੈਨੂੰ ਇੱਧਰਲੇ ਪਾਸੇ ਆਏ ਨੂੰ, ਪਹਿਲਾਂ ਮੈਂ ਨਹੀਂ ਸੀ ਇੱਧਰਲੇ ਪਾਸੇ, ਹੁਣ 15 ਸਾਲ ਮੇਰੇ ਪੂਰਬਲੇ ਕਰਮ ਹੋ ਗਏ। ਉਹ 15 ਸਾਲ ਜੇ ਹੋਵੇ ਪੂਰਬ ਲਿਖਿਆ, 15 ਸਾਲ ਚੰਗੇ ਪਾਸੇ ਲਾਏ ਤਾਂ ਆਉਣ ਵਾਲਾ ਜੀਵਨ ਚੰਗਾ ਹੋਏਗਾ। ਜੇ ਇਹ ਪੂਰਬਲੇ ਕਰਮ ਬੁਰੇ ਪਾਸੇ ਲਾਤੇ ਤਾਂ ਆਉਣ ਵਾਲਾ ਕਰਮ ਮਾੜਾ ਹੋਏਗਾ। ਮੰਨ ਲਓ ਸਬਰ ਨਾ ਹੋਵੇ, ਅੱਜ ਤੋਂ ਹੀ ਲੱਕ ਬੰਨ੍ਹ ਕੇ ਲੱਗ ਜਾਈਏ, ਅੱਜ ਤੋਂ 1 ਸਾਲ ਬਾਅਦ ਕੀ ਹੋ ਜੂ, 1 ਸਾਲ ਸਾਡਾ ਪੂਰਬਲੇ ਕਰਮ ਬਣ ਜਾਣਗੇ। ਜੇ ਅੱਜ ਤੋਂ ਸਹੀ ਹੋਣਾ ਸ਼ੁਰੂ ਕਰ ਲਈਏ, ਆਪਣੇ ਆਪ ਤੇ ਕੰਮ ਕਰਨਾ ਸ਼ੁਰੂ ਕਰ ਦਈਏ, ਸਾਰੇ ਹੀ ਕਰ ਸਕਦੇ ਹਾਂ, ਸਾਰੇ ਹੀ ਤਰ ਸਕਦੇ ਹਾਂ, ਸਾਰੇ ਹੀ ਸੱਚ ਨਾਲ ਜੁੜ ਸਕਦੇ ਹਾਂ, ਸਾਰੇ ਮੁਕਤੀ ਪ੍ਰਾਪਤ ਕਰ ਸਕਦੇ ਹਾਂ, ਸਾਰੇ ਆਨੰਦ ਦਾ ਜੀਵਨ ਬਤੀਤ ਕਰ ਸਕਦੇ ਹਾਂ। ਸ਼ਰਤ ਇਹ ਹੈ ਵੀ ਸੱਚ ਨਾਲ ਜੁੜ ਜਾਈਏ। ਸੱਚੀ ਹੈ ਗੁਰਬਾਣੀ, ਆਪ ਵੀ ਗੁਰਬਾਣੀ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਨਾਲ ਜੋੜੋ। ਭਾਈ ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।